ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਤੀਜਾ, ਕਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨ ਜਾਪੈ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਏਕੋ ਜਾਣੈ, ਹਉ ਮੈਂ ਦੁਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਜੇ ਰਿਹਾ ਸਮਾਈ। ਰਹਾਉ ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਹੁਕਮ ਹੋਵੈ ਤਾਂ ਨਿਰਮਲ ਹੋਵੈ, ਹਉ ਮੈਂ ਵਿਚੋਂ ਜਾਏ। ਗੁਰ ਕੀ ਸਾਖੀ ਸਹਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸ਼ਬਦ ਰਾਤਾ, ਸਹਜੇ ਮਾਤਾ ਸਹਜੇ ਰਿਹਾ ਸਮਾਏ। ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੈ ਨਾਏ ਪਿਆਰੇ। ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ। ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ। ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੈ। ਜੰਮਣ ਮਰਨਾ ਹੁਕਮੋਂ ਵਰਤੈ, ਗੁਰਮੁਖ ਆਪ ਪਛਾਣੈ। ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛੈ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਨਾਨਕ ਤਿਸ ਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੇ ਹਜ਼ੂਰ ਸ਼ਾਮ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਵਡਭਾਗਤਾ ਹੈ। ਅਜੇ ਹੁਣੇ ਹਰੀ ਜਸ ਕੀਰਤਨ ਆਪ ਸਰਵਨ ਕਰ ਰਹੇ ਸੀ। ਹੁਣ ਗੁਰਬਾਣੀ ਵਿਆਖਿਆ ਦਾ ਸਮਾਂ ਹੈ, ਜਿਸ ਅੰਦਰ ਲੜੀਵਾਰ ਜੋ ਗੁਰਬਾਣੀ ਵਿਚਾਰ ਹੁੰਦਾ ਆ। ਰਾਗ ਸੂਹੀ ਚੱਲ ਰਿਹਾ ਹੈ। ਅਸ਼ਟਪਦੇ 8 ਪਦਿਆਂ ਵਾਲੀ ਲਮੇਰੀ ਬਾਣੀ ਜੋ ਹੈ, ਉਹਨੂੰ ਅਸੀਂ ਵਿਚਾਰਦੇ ਹਾਂ। ਗੁਰੂ ਅਮਰਦਾਸ ਸਾਹਿਬ ਦੁਆਰਾ ਗੁਰੂ ਨਾਨਕ ਜੋਤ ਦੇ ਤੀਸਰੇ ਜਾਮੇ ਦੁਆਰਾ ਉਚਰਿਤ ਕੀਤਾ ਸ਼ਬਦ ਸਾਨੂੰ ਪ੍ਰਾਪਤ ਹੈ। ਜਿਸ ਤਰ੍ਹਾਂ ਬੇਨਤੀ ਕੀਤੀ, ਲਮੇਰਾ ਸ਼ਬਦ ਆ, ਪਦਾ ਬਾ ਪਦਾ ਅਸੀਂ ਵਿਚਾਰ ਰਹੇ ਹਾਂ। ਅੱਜ ਫਿਰ ਅਗਲੇਰੇ ਪਦੇ ਨੂੰ ਵਿਚਾਰਾਂਗੇ। ਪਰ ਇੱਕ ਪੰਛੀ ਚਾਤ, ਜਸਟ ਏ ਟਾਈਨੀ ਗਲੈਂਸ ਵੀ ਗੋਨਾ ਗੋ ਥਰੂ ਵਿਦ ਦਾ ਮੇਨ ਮੈਸੇਜ, ਜਿਹੜੀ ਥੀਸਿਸ ਸਟੇਟਮੈਂਟ ਆ। ਬਚਨ ਹੈਗਾ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਜੇ ਰਿਹਾ ਸਮਾਈ। ਗੁਰੂ ਅਮਰਦਾਸ ਸਾਹਿਬ
ਆਪਣੀ ਇਨਵੋਲਵਮੈਂਟ ਦੇ ਨਾਲ ਆਪਣੇ ਆਪ ਨੂੰ ਵਿੱਚ ਇਨਵੋਲਵ ਕਰਕੇ ਸਾਨੂੰ ਜਾਚ ਸਿਖਾਉਂਦੇ ਨੇ, ਸਾਨੂੰ ਕੁਝ ਟੀਚਿੰਗਸ ਜਿਹੜੀਆਂ ਨੇ ਉਹ ਰਿਫਲੈਕਟ ਕਰਦੇ ਨੇ ਕਿ ਆਪਣੇ ਗੁਰੂ ਤੋਂ ਬਲਿਹਾਰ ਜਾ, ਬਿਕੋਜ਼ ਗੁਰੂ ਇਜ਼ ਦ ਮੇਨ ਇੰਸਟੀਟਿਊਸ਼ਨ ਵਿਚ ਕੈਨ ਲੀਡ ਯੂ ਟੂਵਰਡ ਯੂਰ ਸਪਿਰਿਚੁਅਲ ਡੈਸਟਨੀ। ਸੋ ਬਲਿਹਾਰ ਜਾਣਾ, ਕੰਪਲੀਟ ਡੈਡੀਕੇਸ਼ਨ, ਸੰਪੂਰਨ ਸਮਰਪਣ ਦਾ ਭਾਵ। ਬਲਿਹਾਰੀ ਗੁਰੇ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਵਲਾਈ, ਕਿਉਂਕਿ ਉਹਨੇ ਮੀਡੀਏਸ਼ਨ ਕੀਤੀ ਹੈ, ਉਹਨੇ ਬ੍ਰਿਜਿੰਗ ਕਰਨੀ ਕੀਤੀ ਹੈ, ਮੇਰੇ ਤੇ ਮੇਰੇ ਅਸਲ ਸੱਚ ਅਲਟੀਮੇਟ ਰਿਐਲਿਟੀ ਦੇ ਵਿੱਚ ਪੁਲ ਬੰਨ ਦਿੱਤਾ ਹੈ। ਸ਼ਬਦ ਚੀਨ ਆਤਮ ਪ੍ਰਗਾਸਿਆ। ਇਫ ਵੀ ਆਸਕ ਗੁਰੂ ਅਮਰਦਾਸ, ਗੁਰੂ ਪਾਤਸ਼ਾਹ, ਹਾਊ ਇਜ਼ ਇਟ ਪੋਸੀਬਲ to someone can mediate between us and our ultimate reality, then Baba Amar Das ji is answering, Shabad Cheen, Shabad de zariye, through the help of scripture, through the help of the Shabad institution, ਜਿਹੜੀ ਸ਼ਬਦ ਦਾ ਸਿੱਖਿਆਤਮਕ ਪੱਖ ਆ, ਉਹਦੇ ਜ਼ਰੀਏ ਆਤਮ ਪ੍ਰਗਾਸਿਆ, ਇਨਲਾਈਟਮੈਂਟ ਆ ਗਈ, ਰੌਸ਼ਨੀ ਆ ਗਈ, ਵਿਚਾਰਾਂ ਖਿਆਲਾਂ ਦੇ ਜ਼ਰੀਏ ਅੰਦਰ ਦੀ ਦੁਨੀਆ ਬਦਲੀ। ਫਿਰ ਕਿਆ ਸਹਿਜੇ ਰਿਹਾ ਸਮਾਈ, ਤੇ ਫਿਰ ਇਹ ਐਸਾ ਬਣਿਆ ਕਿ ਹੌਲੀ ਹੌਲੀ ਸੁਭਾਅ ਬਣ ਗਿਆ। ਉਸ ਸਹਿਜ ਵਿੱਚ ਜਾਣ ਦੀ ਬਾਤ ਹੋ ਰਹੀ ਹੈ। ਇਹ ਰਹਾਉ ਦਾ ਪਤਾ ਆ। ਬਾਕੀ ਸਹਿਜ ਦੀ ਵਿਆਖਿਆ ਅਗਲੇ 2-3 ਪਦਿਆਂ 'ਚ ਹੈ ਇਸੇ ਸ਼ਬਦ ਦੇ ਵਿੱਚ, ਉਹਦੇ 'ਤੇ ਅਸੀਂ ਹੁਣ ਫੋਕਸ ਕਰਾਂਗੇ। ਜੋ ਅੱਜ ਦਾ ਵਿਵੇਚਨਾ ਦਾ ਸਾਡੇ ਕੋਲ ਪਦਾ ਹੈ ਉਹ 6 ਨੰਬਰ ਹੈ। ਗੁਰਦੇਵ ਜ਼ਿਕਰ ਕਰਦੇ ਨੇ, ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਜੇ ਦੇਖਿਆ ਜਾਏ ਤੇ ਇਹ ਜਿਹੜੀ ਮਿੱਟੀ ਹੈ, ਮਿੱਟੀ ਹੀ ਇੱਕ ਤਰ੍ਹਾਂ ਦੇ ਨਾਲ ਇਵੋਲਵ ਹੋ ਕੇ, ਮਿੱਟੀ ਹੀ ਇੱਕ ਤਰ੍ਹਾਂ ਨਾਲ ਰੂਪ ਵਟਾ ਕੇ ਆ ਸਰੀਰ ਬਣੀ ਹੈ। ਇਹ ਸਰੀਰ ਬਣ ਕੇ ਇਹਦੇ ਨਾਲ ਅਗਾਂਹ ਫਿਰ ਹੋਰ ਸਰੀਰ ਕਿੰਨੇ ਬਣੇ, ਮਤਲਬ ਸਭ ਤੁਸੀਂ ਆਪਣੀ ਲਾਈਫ ਦੇਖੋ, ਫੈਮਿਲੀ ਲਾਈਫ ਦੇਖੋ, ਸਾਰਾ ਕੁਝ ਮਿੱਟੀ। 5 ਐਲੀਮੈਂਟਸ ਆਰ ਐਕਚੁਅਲੀ ਜਸਟ ਦੇ ਆਰ ਟੇਕਿੰਗ ਸ਼ੇਪਸ, ਦੇ ਆਰ becoming or transforming in life. That is mother nature's ਇਹੀ ਲਾ ਆ ਸਾਰਾ। ਹੁਣ ਇਹਦੇ 'ਚ ਇਹ ਹੈ ਕਿ ਉਸ ਕੁਦਰਤ ਦੇ ਬਣਾਏ ਹੁਕਮ ਦੇ ਵਿੱਚ ਸਰੀਰ ਨੇ, ਸਰੀਰਾਂ ਦੇ ਵਿੱਚ ਜਿਹੜਾ ਅੰਦਰ ਮਨ ਆ, ਅੰਦਰ ਚਿੱਤ ਆ, ਅੰਦਰ ਦੁਨੀਆ, ਆਤਮਾ, ਜੋ ਕੁਝ ਵੀ ਤੁਸੀਂ ਕਹਿ ਲਓ ਉਸ ਤਰੀਕੇ ਨਾਲ, ਸਭ ਉਹਦੇ ਨਾਲ ਹੀ ਰਿਲੇਟ ਕਰਦੀ ਹੈ। ਹੁਣ ਦੇਖੋ ਬੰਦਾ ਆ, ਬੰਦਾ ਅੱਖਾਂ ਖੋਲ੍ਹਦਾ ਦੁਨੀਆ ਵੇਖਦਾ ਹੈ, ਅੱਖਾਂ ਬੰਦ ਕਰਦਾ ਅੰਦਰ ਦੀ ਦੁਨੀਆ ਕਿੱਡੀ ਵੱਡੀ ਚੱਲ ਰਹੀ ਹੈ। ਸੋ ਸਭ ਸੰਸਾਰ ਸਾਰੇ ਦਾ ਸਾਰਾ, ਕੀ ਬਾਹਰਲਾ ਕੀ ਅੰਦਰਲਾ, ਸਭ ਇਹ ਚੀਜ਼ਾਂ ਜਿਹੜੀਆਂ ਨੇ ਹੈ ਤੇ ਕੁਦਰਤ ਦੇ ਹੁਕਮ ਵਿੱਚ ਹੀ ਸਭ ਕੁਝ ਪਸਰਿਆ ਹੋਇਆ ਉਸ ਰੂਪ ਦੇ ਅੰਦਰ। ਪਰ ਇਸ ਸਭ ਦੇ ਵਿੱਚ ਇੱਕ ਮੇਰ ਹੈ। ਮੈਂ ਆ, ਮੇਰਾ ਸਰੀਰ ਹੈ, ਮੇਰੀ ਬਾਡੀ ਹੈ, ਮੇਰੀ ਦੁਨੀਆ ਆ। ਇਹ ਜਿਹੜੀ ਚੀਜ਼ ਆ, ਫਿਰ ਇਹ ਮੇਰ ਜਿਹੜੀ ਹੈ, ਇਹ ਚੰਗੀ ਵੀ ਲੱਗਦੀ ਹੈ ਪਰ ਇਹ ਪੇਨਫੁਲ ਵੀ ਹੈ। ਮੇਰਾ ਘਰ ਹੈ, ਬੜਾ ਸੋਹਣਾ, ਚੰਗਾ ਲੱਗਦਾ ਆ, ਮੇਰੇ ਘਰ ਦਾ ਨੁਕਸਾਨ ਹੋ ਜਾਂਦਾ, ਬੜਾ ਦੁੱਖ ਲੱਗਦਾ ਆ। ਵੈਸੇ ਇਨ ਜਨਰਲ ਜੋ ਕਿਸੇ ਦਾ ਘਰ ਬਣਿਆ ਆ, ਮੈਨੂੰ ਠੀਕ ਅੱਖਾਂ ਨੂੰ ਸੋਹਣਾ ਲੱਗਾ, ਕਾਈਂਡ ਆਫ ਇਟਸ ਏ ਸੀਨਿੰਗ ਬਿਊਟੀ, ਇਟਸ ਏ ਲੁੱਕ ਗੁੱਡ, ਇਸ ਕਿਸਮ ਦੇ ਨਾਲ ਢੱਠ ਗਿਆ, ਹਾਂ ਥੋੜ੍ਹੀ ਐਂਪਥੀ ਹੋ ਸਕਦੀ ਹੈ ਜਾਂ ਚੰਗਾ ਲੱਗਦਾ ਸੀਗਾ। ਬਟ the sorrow I'm feeling when actually something is breaking down, which was mine, that is totally different. ਉਹਦੇ 'ਚ ਹੈਗਾ ਤੇ ਬੜਾ, ਤੇ ਜੇ ਜਾਨ ਨਿਕਲ ਗਈ, ਆ ਕੀ ਬਣਿਆ ਹੈਗਾ। ਬੱਚਾ ਆ, ਗਲਤ ਕੰਮ ਕਰਦਾ ਆ ਕਿਸੇ ਰੂਪ ਦੇ ਵਿੱਚ, ਲੱਗਦਾ ਇਹ ਉਮਰ ਹੈ ਇਹੋ ਜਿਹੇ ਕੰਮ ਕਰਨ ਦੀ, ਕਿਆ ਕਮਾਲ, ਅਕਲ ਵੀ ਨਹੀਂ ਹੈਗੀ। ਮੇਰਾ ਬੱਚਾ ਆ ਕਰਦਾ, ਓ ਹੋ ਜਾਨ ਨਿਕਲਦੀ, ਆ ਕੀ ਬਣ ਗਿਆ। ਇਹ ਹੈ ਹਉ ਮੈਂ, ਇਹ ਹੈ ਮੈਂ। ਤੇ ਇਹ ਜਦੋਂ ਇਨਵੋਲਵਮੈਂਟ ਜਿੰਨੀ ਵੱਧਦੀ ਜਾਏਗੀ ਓਨਾ ਦੁਖੀ ਹੁੰਦਾ ਜਾਵਾਂਗਾ। ਦੁੱਖ ਇਹੀ ਹੈ ਸਾਰਾ। ਹਾਲਾਂਕਿ ਬਾਣੀ ਇਹ ਕਹਿ ਰਹੀ ਹੈ ਕਿ ਪ੍ਰਾਣੀ, ਇਹ ਜਿਹੜਾ ਜੀਵਨ ਹੈ ਤੇਰਾ, ਇਹ ਕੁਛ ਵੀ ਨਾ, ਕਿਆ ਮੇਰਾ ਕਿਆ ਤੇਰਾ, ਤਰਵਰ ਪੰਖ ਬਸੇਰਾ। ਇੱਕ ਪੰਛੀ ਹੈ, ਇੱਕ ਬਿਰਖ ਤੇ ਬੈਠਾ ਆ, ਬਿਰਖ ਦੀ ਟਾਹਣੀ ਦੇ ਉੱਤੇ, ਤੇ ਉਹਨੇ ਰਾਤ ਗੁਜ਼ਰਨੀ, ਸਵੇਰੇ ਤੁਰ ਜਾਣਾ। ਤੂੰ ਗੁਜ਼ਰਦੀ ਰਾਤ ਨਾਲ ਉਸ ਟਹਿਣੀ ਨਾਲ ਇੰਨਾ ਕੁ ਮੋਹ ਪਾ ਲੇ ਵੀ ਉਹ ਇਹ ਟਾਹਣੀ ਮੇਰੀ ਹੈ, ਇਸ ਤਰੀਕੇ ਨਾਲ। ਮਤਲਬ ਜੇ ਡੀਪ ਲੈਵਲ 'ਤੇ ਦੇਖੋਗੇ
ਤੇ ਗੁਰੂ ਸਾਹਿਬ ਦੇ ਬਚਨ ਨੇ, ਤੱਤਾਂ ਦੀ ਗੱਲ ਕਰ ਰਿਹਾ ਮੈਂ। ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਜੁੜ ਜੁੜ ਵਿਛੁੜ, ਜੁੜ ਜੁੜ ਵਿਛੁੜੈ, ਵਿਛੁੜ ਜੁੜੈ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਮਤਲਬ ਇਹ ਤੱਤ ਪਤਾ ਨਹੀਂ ਕਿੰਨੀ ਵਾਰੀ ਜੁੜੇ, ਕਿੰਨੀ ਵਾਰੀ ਟੁੱਟੇ, ਕਿੰਨਿਆਂ ਦੇ ਅਸੀਂ ਬਾਪ ਬਣੇ, ਕਿੰਨੇ ਸਾਡੇ ਬੇਟੇ ਬਣੇ, ਕਿੰਨੀਆਂ ਸਾਡੀਆਂ ਔਲਾਦਾਂ ਬਣੀਆਂ। ਜਿਹਨੂੰ ਕਿਹਾ ਐਸੇ ਘਰ ਹਮ ਬਹੁਤ ਵਸਾਏ, ਪਤਾ ਨਹੀਂ ਇਹੋ ਜਿਹੇ ਘਰ ਕਿੰਨੇ ਵਸੇ, ਕਿੰਨੇ ਹੋਰ ਵਸਾਣੇ ਨੇ। ਦੇਖੋ ਨਾ, ਮਿੱਟੀ ਤੇ ਇਹੀ ਹੈ ਨਾ, ਮਿੱਟੀ ਹੈ ਸਾਰੇ ਦੀ ਸਾਰੀ। ਪਰ ਜਦੋਂ ਹੁਣ ਜਿਹੜੀ ਮਿੱਟੀ 'ਚ ਹੋਣ ਆ, ਇਹਦੇ ਨਾਲ ਇੰਨਾ ਸਨੇਹ ਹੋ ਗਿਆ ਆ। ਵੀ ਟੇਕ ਐਵਰੀਥਿੰਗ ਗਾਰੰਟਿਡ, we get stuck so much in attachment and we really don't want to see any change. And change is essential part of Mother Nature's law. We cannot avoid it. And when any kind of change is happening, it's ridiculous. We cannot accept it. ਮੈਂ ਤੇ ਕਾਉਂਸਲਿੰਗ ਵਿੱਚ ਕੰਮ ਕਰਦਾ, ਜਿਹਨੂੰ ਅਸੀਂ ਟ੍ਰਾਂਜੀਸ਼ਨਲ ਪੀਰੀਅਡ ਕਹਿੰਦੇ ਹਾਂ। ਬੱਚਾ ਆਇਆ ਛੋਟਾ ਜਿਹਾ, ਮਾਂ ਹੌਸਪੀਟਲ ਤੋਂ ਡਿਲੀਵਰੀ ਤੋਂ ਬਾਅਦ ਲੈ ਕੇ ਆਉਂਦੀ ਘਰ, ਉਹਨੂੰ ਰੈਪ ਕਰਦੀ ਇਸ ਤਰੀਕੇ ਦੇ ਨਾਲ, ਤੌਲੀਏ ਦੇ ਵਿੱਚ, ਬਾਹਾਂ ਲੱਤਾਂ ਵਿੱਚ ਇਸ ਤਰੀਕੇ ਨਾਲ ਉਹ ਰੈਪ ਹੋਇਆ ਐਵੇਂ ਪਿਆ ਰਹਿੰਦਾ। ਛੋਟਾ ਜਿਹਾ ਉਹਦਾ ਚਿਹਰਾ ਦਿਸਦਾ, ਉਹਦੇ 'ਚੋਂ ਆਪਣੇ ਖੂਨ ਦੀ ਮਹਿਕ ਆਉਂਦੀ ਹੈ। ਉਹਨੂੰ ਜਿਹੜਾ ਹੈਗਾ ਪਿਆਰ ਕਰਦੀ, ਉਹਦਾ ਮੱਥਾ ਚੁੰਮਦੀ ਹੈ, ਬੜਾ ਚੰਗਾ ਲੱਗਦਾ, ਵੈਰੀ ਨਾਈਸ। ਹੁਣ ਇੰਨਾ ਥੋੜ੍ਹਾ ਰਹਿਣਾ, 2-4 ਦਿਨ ਉਹਦੇ ਅੰਦਰ ਦੁੱਧ ਜਾਂਦਾ ਹੈ, ਫੂਡ ਜਾਂਦਾ ਹੈ, ਐਨਰਜੀ ਆਉਂਦੀ ਹੈ। ਉਹਨੂੰ ਫਿਰ ਦੁਬਾਰਾ ਰੈਪ ਕਰਨਾ ਚਾਹੁੰਦੀ ਹੈ, ਬਾਹਾਂ ਉਹਦੀਆਂ ਤੌਲੀਏ 'ਚੋਂ। ਕਹਿੰਦਾ ਨੋ, ਆਈ ਵੋਂਟ ਅਲਾਓ ਯੂ, ਦੈਟਸ ਮਾਈ ਫਰੀਡਮ। ਫਿਰ ਲੱਗਦਾ ਹੱਦ ਹੋ ਗਈ, 2 ਦਿਨਾਂ 'ਚ ਕਿੰਨਾ ਇਲਤੀ ਹੋ ਗਿਆ। ਵੀ ਵਧੀਆ ਸੀਗਾ, ਵਿੱਚ ਲਪੇਟਿਆ ਰਹਿੰਦਾ ਸੀ ਆਰਾਮ ਨਾਲ, ਕੋਈ ਸ਼ਰਾਰਤ ਨਹੀਂ ਸੀ ਕਰਦਾ, ਹੱਥ ਪੈਰ ਨਹੀਂ ਸੀ ਮਾਰਦਾ। ਨੋ ਮੋਮ, ਯੂ ਹੈਵ ਟੂ ਐਕਸੈਪਟ, ਟ੍ਰਾਂਜੀਸ਼ਨਲ ਪੀਰੀਅਡ ਆ। ਹੁਣ ਮਦਰ ਨੇਚਰ ਨੂੰ ਨੈਕਸਟ ਸਟੈਪ 'ਤੇ ਲਿਆ ਰਹੀ ਹੈ, ਤੈਨੂੰ ਵੀ ਨੈਕਸਟ ਸਟੈਪ 'ਤੇ ਆਉਣਾ ਪੈਣਾ। ਜੇ ਤੂੰ ਐਕਸੈਪਟ ਨਹੀਂ ਕਰੇਂਗੀ, ਸਟਰਗਲ ਕਰੇਂਗੀ। ਆ ਰੂਪ ਆ, ਫਿਰ ਅਗਲਾ ਸਟੈਪ, ਫਿਰ ਅਗਲਾ, ਫਿਰ ਅਗਲਾ, ਫਿਰ ਅਗਲਾ। ਇਹਨੂੰ ਮੈਨੂੰ ਸਰੀਰ ਦਾ ਆ। ਜਦੋਂ ਬੰਦਾ ਵੱਧ ਰਿਹਾ ਆ, ਕੋਈ ਸ਼ਰਟ ਲੈ ਕੇ ਆਏ ਹੋ, ਕੋਈ ਸੂਟ ਲੈ ਕੇ ਆਏ ਹੋ, ਅਤੇ ਉਹ ਸੂਟ ਬੜਾ ਸੋਹਣਾ ਲੱਗਦਾ। 15-20 ਦਿਨ ਵੀ ਨਹੀਂ ਬਤੀਤ ਹੋਏ, ਸਰੀਰ ਹੋਰ ਵੱਧ ਗਿਆ, ਸੂਟ ਜਿਹੜਾ ਹੈਗਾ ਛੋਟਾ ਲੱਗਣ ਲੱਗ ਗਿਆ। ਓ ਮਾਈ ਗਾਸ਼, ਬਹੁਤ ਗਲਤ ਹੋਇਆ। ਗਲਤ ਨਹੀਂ ਹੋਇਆ, ਇਸ ਮਦਰ ਨੇਚਰ ਸਲਾਹ। ਇਸੇ ਤਰ੍ਹਾਂ ਹੀ ਚੱਲਣਾ ਹੈ। ਬੀ ਰੈਡੀ ਫਾਰ ਇਟ, ਦਿਸ ਇਜ਼ ਚੇਂਜ। ਐਗਜ਼ੈਕਟਲੀ ਇਹ ਚੀਜ਼ਾਂ ਨੇ ਸਾਰੀਆਂ। ਇਹ ਸਾਰੀ ਚੀਜ਼ ਨੂੰ, ਸੰਸਾਰ ਨੂੰ ਤੁਸੀਂ ਦੇਖੋਗੇ, ਇਹ ਚਲਾਇਮਾਨਤਾ ਆ। ਇਸ ਨੂੰ ਸਮਝਣਾ, ਐਕਸੈਪਟ ਕਰਨਾ। Nowadays, people I have no clue how to say. They are totally pretending they are very literally strong, but at the same time they are becoming more illiterate. I should say ਮੈਡੀਟੇਸ਼ਨ ਹੋ ਰਿਹਾ, ਸਭ ਚੀਜ਼ਾਂ ਹੋ ਰਹੀਆਂ ਨੇ, ਪਾਠ ਹੋ ਰਿਹਾ ਆ, ਪਰ ਬੰਦਾ ਰਿਅਲਾਈਜ਼ ਨਹੀਂ ਕਰ ਰਿਹਾ ਇਹ ਕਰ ਕਾਹਦੇ ਵਾਸਤੇ ਰਿਹਾ ਹੈ। ਟੂ ਗੈਟ ਅਵੇਅਰਨੈਸ, ਹੂ ਐਮ ਆਈ, to get awareness where I'm living, to get awareness what is the mother nature's law। ਜਿਹੜਾ ਅਸਲ ਦੇ ਵਿੱਚ ਗਿਆਨ ਆ, ਜਿਹੜੀ ਅਸਲ ਸੋਝੀ ਉਹੀ ਹੈ ਨਾ, ਸਮਝ ਆਵੇ ਮੈਨੂੰ ਮੈਂ ਕੌਣ ਆ, ਆਲਾ ਦੁਆਲਾ ਕੀ ਹੈ, ਰਹਿਣਾ ਕਿਵੇਂ ਹੈ, ਤੇ ਗਿਆਨ ਹੈ ਸਾਰਾ। ਜੇ ਇਹਦੀ ਸੈਂਸ ਨਹੀਂ ਆਈ, ਐਵਰੀਥਿੰਗ ਐਲਸ ਇਜ਼ ਨੌਨਸੈਂਸ, ਨਥਿੰਗ, ਉਹਦੇ ਕੋਈ ਮੀਨਿੰਗ ਨਹੀਂ ਹੈਗੇ। ਇਹ ਕੱਲ੍ਹ ਵੀ ਸ਼ਬਦ ਅਸੀਂ ਪੜ੍ਹਿਆ, ਤੀਰਥਾਂ ਦਾ ਨਾਣਾ। ਸਭ ਗੁਰੂ ਨਾਨਕ ਸਾਹਿਬ ਸਮੇਂ ਪਤਾ ਨਹੀਂ ਕਿੰਨੇ ਧਰਮ ਕਰਮ ਹੋ ਰਹੇ ਲੋਕਾਂ ਦੇ, ਬਹੁਤ। ਬਾਬਾ ਜੀ ਕਹਿੰਦੇ ਕੋਈ ਧਰਮ ਨਹੀਂ ਜੇ ਸਮਝ ਨਹੀਂ ਆਈ। ਤੇ ਜੇ ਸਮਝ ਆ ਗਈ ਫਿਰ ਪਤਾ ਲੱਗੇਗਾ, ਉਹ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਇੱਥੇ ਫਿਰ ਇਸ ਲੈਵਲ 'ਤੇ ਜਾ ਕੇ ਇੱਕ ਆਈਡੈਂਟੀਟੀ ਜਿਹੜੀ ਹੈਗੀ ਹੈ, ਉਹਦੀ ਟਰਾਂਸਫਰਮੇਸ਼ਨ ਹੁੰਦੀ ਹੈ। ਬੰਦੇ ਦੀ ਆਈਡੈਂਟੀਟੀ ਹੁਣ ਕੀ ਹੈ, ਬਹੁਤ ਨੈਰੋ ਆ। ਹਾਲਤ ਤਾਂ ਇਹ ਬਣ ਗਈ ਹੈ ਕਿ ਅੱਜ ਅਸੀਂ, ਪਹਿਲਾਂ ਕੌਨਸੈਪਟ ਹੁੰਦਾ ਸੀ ਜੁਆਇੰਟ ਫੈਮਲੀਜ਼ ਦਾ, ਉਹਦੇ ਆਪਣੇ ਦੁੱਖ ਸੀ, ਆਪਣੇ ਸੁੱਖ ਸੀਗੇ। ਹੌਲੀ ਹੌਲੀ ਫਾਈਨੈਂਸ਼ੀਅਲ ਅਟੋਨਮੀ ਆਈ, ਲੋਕਾਂ ਨੇ ਕਿਹਾ ਨੋ ਵੀ ਵਾਂਟ ਟੂ ਲਿਵ ਨਿਊਕਲੀਅਰ ਫੈਮਲੀ ਸਿਸਟਮ ਦੇ ਵਿੱਚ। ਨਿਊਕਲੀਅਰ ਫੈਮਲੀ ਆ ਗਿਆ, ਫਿਰ ਸਪੈਕਟ ਨਿਊਕਲੀਅਰ ਫੈਮਲੀਜ਼ ਆ ਗਈਆਂ ਉਸ ਤੋਂ ਅਗਲੇ ਲੈਵਲ 'ਤੇ। ਹੁਣ ਤਾਂ ਪਲੈਟੀਨਮ ਸਿਸਟਮ ਆ ਗਿਆ। ਇਹਨੂੰ ਵੀ ਆਰ ਗੋਇੰਗ ਥਰੂ ਸਟੇਜ ਬਾਈ ਸਟੇਜ ਉਸ ਲੈਵਲ 'ਤੇ। ਉਹਦੇ 'ਚ ਹੁਣ ਹੋ ਗਿਆ ਕਿ ਹੁਣ ਇਤਨੀ ਜ਼ਿਆਦਾ ਪ੍ਰਾਈਵੇਸੀ, ਛੋਟਾ ਜਿਹਾ ਬੱਚਾ ਵੀ ਕਹਿੰਦਾ ਇਟਸ ਮਾਈ ਪ੍ਰਾਈਵੇਟ
ਪ੍ਰਾਈਵੇਟ ਲਾਈਫ, ਪ੍ਰਾਈਵੇਸੀ, ਇਸ ਕਿਸਮ ਦੀਆਂ ਗੱਲਾਂ ਆ ਗਈਆਂ। ਸੋ ਇੱਕ ਆਪੋ ਇੰਡੀਵਿਜੂਅਲ ਆਈਡੈਂਟਿਟੀ ਉਹਦੇ ਨਾਲ ਜੁੜਦਾ ਲੱਗਾ ਗਿਆ। ਅਤੇ ਉਹਦੇ ਨਾਲ ਇੱਕ ਚੀਜ਼ ਹੋਰ ਆ ਗਈ ਕਿ ਜਿਹੜਾ ਲਾਈਫ ਜਿਹੜੀ ਵੱਡਾ ਸਿਨੈਰੀਓ ਆ ਉਹਦੇ ਨਾਲੋਂ ਟੁੱਟ ਗਿਆ ਬੰਦਾ। ਹੁਣ ਬਾਣੀ ਤੇ ਕਹਿ ਰਹੀ ਹੈ ਘੱਟ ਘੱਟ ਮੈਂ ਹਰ ਜੂ ਬਸਾ ਹੈ, ਹਰ ਹਿਰਦੇ 'ਚ ਰੱਬ ਵਸਦੇ ਹੈ, ਹਰ ਜਗ੍ਹਾ 'ਤੇ ਉਹਦੀ ਮੌਜੂਦਗੀ ਹੈ। ਸੋ ਅਟੈਚਮੈਂਟ ਉਹਦੇ ਨਾਲ ਹੋਏ, ਫਿਰ ਉਹਦੇ ਨਾਲ ਹੋਏਗੀ। ਅਤੇ ਜਿਹੜੇ ਨੈਰੋ ਮਾਈਂਡਡ ਮੇਰੇ ਉਹ ਡੀਡਸ ਨੇ, ਇਨਰ ਡੀਡਸ, ਜਿਹੜੇ ਉਸ ਕਿਸਮ ਦੇ ਨਾਲ ਮੈਨੂੰ ਰਿਫਲੈਕਟ ਕਰ ਰਹੇ ਨੇ, ਜਿਹੜੇ ਮਾੜੀ ਗੱਲ ਦੇ ਉੱਤੇ ਤੁਸੀਂ ਮੋਸਟਲੀ ਦੇਖੋ ਬੰਦਾ ਮਤਲਬ ਛੋਟੀ ਜਿਹੀ ਚੀਜ਼ ਨੂੰ ਆਪਣੀ ਬੜੀ ਪਰਸਨਲ ਬਣਾ ਲੈਂਦਾ ਹੈਗਾ। ਮੈਨੂੰ ਜੇ ਇਨ ਜਨਰਲ ਕਹਾਂ ਤੇ ਸਪੋਜ਼ ਤੁਹਾਨੂੰ ਫੈਮਿਲੀ ਦੇ ਵਿੱਚ ਕੋਈ ਕੌਮੈਂਟ ਕਰ ਦਿੰਦਾ ਹੈ, ਕੋਈ ਟੌਂਟ ਕਰ ਦਿੰਦਾ, ਕੋਈ ਛੋਟੀ ਜਿਹੀ ਚੀਜ਼ ਹੀ ਕਰ ਦਿੰਦਾ, ਬੰਦੇ ਨੂੰ ਲੱਗਦਾ ਮੈਨੂੰ ਇਹਨੇ ਹਰਟ ਕਰ ਦਿੱਤਾ ਆ। ਕਿਉਂ? ਕਿਉਂਕਿ ਇਹਨੇ ਕੁਝ ਇਸ ਕਿਸਮ ਦੀ ਗੱਲ ਕਹਿ ਦਿੱਤੀ ਜਿਹੜੀ ਅਨਐਕਸੈਪਟੇਬਲ ਹੈਗੀ। ਇਹਦੇ ਨਾਲ ਹੀ ਦਿਮਾਗ ਚੱਕਿਆ ਗਿਆ, ਸਟ੍ਰੈਸ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ। ਹਾਲਾਂਕਿ ਪਤਾ ਲੱਗੇ ਮਿੱਟੀ ਦਾ ਪੁਤਲਾ ਆ, ਗਲਤੀਆਂ ਸਾਰਿਆਂ ਤੋਂ ਹੁੰਦੀਆਂ ਨੇ। ਮੇਰੇ ਤੋਂ ਹੋ ਗਈ ਹੋਏਗੀ, ਇਹਨੇ ਕਹਿ ਦਿੱਤਾ, ਜੇ ਮੇਰੇ ਤੋਂ ਨਹੀਂ ਹੋਈ ਤਾਂ ਫਿਰ ਇਹਨੂੰ ਗਲਤੀ ਲੱਗ ਗਈ ਹੋਗੀ, ਇਹਦੇ ਤੋਂ ਹੋ ਗਈ ਹੋਗੀ। what is the big thing? What is the big issue over here? Why I'm actually taking it so serious and otherwise? ਹੁਣ ਆ ਛੋਟੀ ਜਿਹੀ ਚੀਜ਼ ਆ, ਇਹਦੇ ਨਾਲ you are actually just throwing your whole burden in the ditch. Who care? ਮੈਨੂੰ ਕਾਹਦੀ ਕੇਅਰ ਹੈ ਇਹਨਾਂ ਚੀਜ਼ਾਂ ਬਾਰੇ। ਇੱਥੋਂ ਫਿਰ ਇੱਕ ਬੇਪਰਵਾਹੀ ਜਨਮ ਲੈਂਦੀ ਹੈ। ਇਹਦੇ ਵਿੱਚੋਂ ਬੰਦੇ ਨੂੰ ਜਿਹੜਾ ਆ, ਜਿਹਨੂੰ ਸਟ੍ਰੈਸ ਰਿਲੀਜ਼ ਕਹਿ ਲਓ, ਜਿਹਨੂੰ ਤੁਸੀਂ ਸਹੀ ਰੂਪ ਦੇ ਵਿੱਚ, ਜਿਹਨੂੰ ਕਹਿੰਦੇ ਨੇ ਕਿ monk who fly like fur, ਮਤਲਬ ਇੱਕ ਤਿਆਗੀ ਐਸਾ ਜਿਹੜਾ, ਤੇ ਤਿਆਗੀ ਦਾ ਮਤਲਬ ਇਹ ਨਹੀਂ ਕਿ ਉਹਨੇ ਸੰਸਾਰ ਛੱਡਤਾ, ਉਹਨੇ ਇਸ ਮੇਰ ਤੇਰੇ ਚੀਜ਼ਾਂ ਇਹਨਾਂ 'ਚੋਂ ਨਿਕਲ ਗਿਆ ਬਾਹਰ। ਬਾਕੀ ਸੰਸਾਰ ਆ, ਇਹਦੇ 'ਚ ਹੰਡਾਣਾ ਆ, ਇਹਦੇ 'ਚ ਇੱਕ ਲਾ ਆ ਜਿਹੜਾ ਸਮਾਜ ਨੇ ਸਿਰਜਿਆ ਹੈਗਾ, ਜਿਹੜਾ ਲਾ ਆਫ ਲੈਂਡ ਅਸੀਂ ਕਹਿੰਦੇ ਹੈਗੇ, ਜਿਹੜਾ ਹੈਗਾ ਉਸ ਤਰੀਕੇ ਨਾਲ ਹੁੰਦਾ ਹੈ, ਜਿਹੜਾ ਸੋਸ਼ਲ ਸਟਰਕਚਰ 'ਚ ਹੁੰਦਾ ਹੈ, ਕੋਈ ਐਥਿਕਸ ਹੁੰਦੇ ਨੇ, ਇਹ ਸਭ ਚੀਜ਼ਾਂ ਜਿਹੜੀਆਂ ਨਾਲ ਚੱਲਦੀਆਂ, ਉਹਨਾਂ ਨੂੰ ਤੁਸੀਂ ਫੁੱਲਫਿਲ ਕਰੋ। ਗੁਰੂ ਬਾਬਾ ਜੀ ਨੇ ਅਨਾਰਕੀ ਦੀ ਗੱਲ ਥੋੜ੍ਹਾ ਕੀਤੀ, ਗੁਰੂ ਬਾਬਾ ਜੀ ਨੇ ਸੰਸਾਰ ਨੂੰ ਰਿਨਾਊਂਸ ਕਰਨ ਦੀ ਗੱਲ ਥੋੜ੍ਹਾ ਕੀਤੀ। ਗੁਰੂ ਸਾਹਿਬ ਇਹ ਥੋੜ੍ਹਾ ਜੋਗੀ ਬਣ ਜਾਓ, ਸਭ ਕੁਛ ਛੱਡ ਪੱਟ ਕੇ ਭੱਜੋ, ਨਾ। ਗੁਰੂ ਸਾਹਿਬ ਨੇ ਕਿਹਾ ਰਹੋ, ਉਹ ਜਿਹੜਾ ਸਟਰਕਚਰ ਬਣਾਇਆ ਉਹਨੂੰ ਫੋਲੋ ਕਰੋ, ਪਰ ਐਵੇਂ ਮਾੜੀ ਗੱਲ ਤੇ ਅਪਸੈਟ ਨਾ ਹੋ ਜਾਓ, ਐਵੇਂ ਆਪਣੀ ਅੰਦਰ ਦੀ ਦੁਨੀਆ ਖਰਾਬ ਨਾ ਕਰ ਲਵੋ, ਬਲਕਿ ਮੰਨ ਕੇ ਚੱਲੋ ਇਸ ਵੱਡੇ ਸਿਨੈਰੀਓ ਦੇ ਵਿੱਚ ਜੋ ਕੁਦਰਤ ਵਰਤ ਰਹੀ ਹੈ, ਕੁਦਰਤ ਦੇ ਹੀ ਰੂਪ ਰੰਗ ਸਭ ਨੇ, ਉਹਦਾ ਹੀ ਮੈਂ ਇੱਕ ਛੋਟਾ ਜਿਹਾ ਪਾਰਟ ਆ, ਅਤੇ ਇਹ ਤਨ ਮਨ ਧਨ ਸਭ ਉਹਦੇ ਵਿੱਚੋਂ ਆਇਆ ਅਤੇ ਉਹਦੇ 'ਚ ਹੀ ਸਮਾ ਜਾਣਾ। ਵਕਤੀ ਤੌਰ 'ਤੇ ਡਿਊਟੀ ਮਿਲੀ ਹੈ, ਉਹ ਡਿਊਟੀ ਜਿਵੇਂ ਮੈਨੂੰ ਗਿਵਨ ਜੋਗ੍ਰਾਫੀਕਲ ਸੋਸ਼ਲ ਜਿਹੜਾ ਹੈਗਾ ਉਸ ਸਟਰਕਚਰ ਦੇ ਵਿੱਚ ਜੋ ਪ੍ਰਾਪਤ ਹੋਇਆ, ਉਹਦੇ 'ਚ ਬੈਸਟ ਚੋਇਸ ਕੱਢ ਕੇ ਮੈਂ ਆਪਣੇ ਆਪ ਨੂੰ ਜੀਆਂ। ਅਤੇ ਗੁਰੂ ਬਾਬਾ ਜੀ ਨੇ ਚੋਇਸਿਸ ਹੀ ਪ੍ਰੋਵਾਈਡ ਕੀਤੀਆਂ। ਇਸੇ ਕਰਕੇ ਸਿੱਖੀ 'ਚ ਕਨਵਰਜਨ ਨਹੀਂ ਨਾ ਹੈਗੀ, ਫੋਰਸਫੁਲੀ ਤੇ ਛੱਡੋ, ਵੈਸੇ ਵੀ ਨਹੀਂ ਹੈਗੀ। ਸਿੱਖੀ 'ਚ ਤਾਂ ਕਿਹਾ ਗਿਆ, ਗੁਰੂ ਸਾਹਿਬ ਨੇ ਕਿਹਾ ਠੀਕ ਹੈ ਤੂੰ ਪੰਡਤ ਆ, ਅਤੇ ਪੰਡਤ ਨੂੰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਤੇਰੇ ਪੰਡਤ ਹੋਣ, ਸਨਾਤਨੀ ਹੋਣ 'ਤੇ, ਪਰ ਤੈਨੂੰ ਪਤਾ ਆ ਐਵੇਂ ਸਨਾਤਨੀ ਕਹਿ ਕੇ ਜਨਮ ਨਾ ਆਪਣਾ ਗਵਾ। ਜਿਹਨੂੰ ਬਾਬਾ ਕਬੀਰ ਜੀ ਨੇ ਵੀ ਕਿਹਾ ਸੀਗਾ ਕਿ ਬਾਹਮਣ ਕਹਿ ਕੇ ਆਪਣਾ ਜੀਵਨ ਕਿਉਂ ਗਵਾ ਰਿਹਾ ਹੈਗਾ। ਦੇਖ ਇਸ ਜਿਹੜੀ ਤੂੰ ਖਾਸ ਕਰਕੇ ਆਪਣੀ ਪ੍ਰੈਕਟਿਸ ਕਰ ਰਿਹਾ ਹੈਗਾ, ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਸੁਪਰੀਮ ਹਾਂ, ਕਿਸ ਗੱਲ 'ਤੇ ਸੁਪਰੀਮ ਹੈ ਤੂੰ, ਜੋ ਕਿ ਤੇਰਾ ਖਾਸ ਇੱਕ ਸ਼੍ਰੇਣੀ 'ਚ ਜਨਮ ਹੋ ਗਿਆ, ਇਹਦੇ ਨਾਲ ਤੇ ਨਹੀਂ ਨਾ। ਬੰਦਾ ਤੇ ਕਰਮ ਰਿਫਲੈਕਟ ਕਰਨਾ ਚਾਹੀਦਾ ਹੈਗਾ। ਇੱਥੇ ਤੇ ਸਾਡਾ ਵਾਸਤੇ ਸਾਡਾ ਸਭ ਤੋਂ ਵੱਡਾ ਸੁੱਚਾ ਬ੍ਰਾਹਮਣ ਕੌਣ ਹੈ? ਭਗਤ ਰਵਿਦਾਸ ਹੈ ਸਾਡੇ ਲਈ। ਤੇ ਐਕਚੁਅਲ ਲੈਵਲ 'ਤੇ ਜਿਹੜੀ ਨਵੀਂ ਬਾਤ ਉਹ ਗੁਰਮਤਿ ਆਸ਼ੇ 'ਚ ਆਈ ਸਾਰੇ ਦੀ ਸਾਰੀ, ਉਸ ਲੈਵਲ 'ਤੇ ਬਾਤ ਲਿਆਂਦੀ। ਨਹੀਂ ਤੇ ਮਹਾਰਾਜ ਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਤੂੰ ਮੁਸਲਮਾਨ ਹੈ, ਨਮਾਜ਼ ਪੜ੍ਹਨਾ ਜ਼ਰੂਰ ਪੜ੍ਹ। ਭਗਤ ਫਰੀਦ ਜੀ ਵਿੱਚ ਬਾਣੀ 'ਚ ਬੈਠੇ ਪੜ੍ਹੀ ਜਾ ਰਹੇ ਨੇ, ਉਹ ਕਹਿੰਦੇ ਨੇ ਕਿ ਉੱਠ ਫਰੀਦਾ ਉਜ਼ੂ ਸਾਧ ਸੁਬਾ ਨਮਾਜ਼ ਗੁਜ਼ਾਰ, ਸਵੇਰੇ ਉੱਠਦੇ ਨਾਲ ਨਮਾਜ਼ ਪੜ੍ਹਿਆ ਕਰ। ਬਲਕਿ ਸਖਤਾਈ ਇੰਨੀ ਵੀ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਉਹ ਸਿਰ ਦਾ ਹੀ ਕੀ ਫਾਇਦਾ ਜਿਹੜਾ ਸਿਰ ਖੁਦਾ ਦੇ ਸਿਜਦੇ 'ਚ ਨਹੀਂ ਜਾਂਦਾ। ਤੇ ਮਤਲਬ ਇਸ ਕਿਸਮ ਦੀ ਬਾਤ ਕੀਤੀ। ਰੀਜ਼ਨ ਕੀ ਹੈ? ਰੀਜ਼ਨ ਇਹੋ ਹੀ ਹੈ ਇਨਸਾਨੀ ਕਦਰਾਂ ਕੀਮਤਾਂ ਹੋਣ। ਜੋ ਤੇਰੇ ਕੋਲ ਗਿਵਨ ਜੋਗ੍ਰਾਫੀਕਲ ਸੋਸ਼ਲ ਸਟਰਕਚਰ ਹੈ ਉਹਦੇ ਵਿੱਚ ਇਨਸਾਨੀ ਗੁਣਾਂ ਦੀ ਜਿਹੜੀ ਆ ਉਹਨਾਂ ਨੂੰ ਅਵੇਲ ਕਰ, ਉਹਨਾਂ ਦੀ ਕਦਰ ਕਰ। ਅਤੇ ਉਹਦੇ ਲਈ ਗੁਰੂ ਅਮਰਦਾਸ ਸਾਹਿਬ ਜਿਹੜੇ ਆਹ ਸ਼ਬਦ ਲਿਖ ਰਹੇ ਨੇ, ਤਨ ਮਨ ਸਭ ਕਿਛ ਹਰਿ ਤਿਸ ਕੇਰਾ। ਇਹ ਤਨ ਵੀ ਹਰੀ ਦਾ ਆ, ਮਨ ਵੀ ਹਰੀ ਦਾ ਆ, ਉਹਦੇ ਵਿੱਚੋਂ ਆਏ ਆ, ਉਹਦੇ 'ਚ ਸਮਾ ਜਾਣਾ ਆ। ਪਰ ਮੁਸ਼ਕਿਲ ਹੈ ਦੁਰਮਤ ਕਹਿਣ ਨਾ ਜਾਏ। ਦੁਰਮਤ, ਦੂਰੀ, ਡਿਸਟੈਂਸ, ਮਤ, ਵਿਜ਼ਡਮ, ਅਕਲ। When we have actually some kind of distance
ਬਿਟਵੀਨ ਆਵਰ ਵਿਜ਼ਡਮ ਐਂਡ ਆਵਰ ਸੈਲਸ, ਜਿਹੜੀ ਸਾਡੀ ਅਸਲ ਸੋਝੀ ਹੈ ਅਤੇ ਸੋਝੀ ਦੇ ਵਿੱਚ ਅਸੀਂ ਜਿਹੜੇ ਲੋਕ ਹਾਂ, ਸਾਡੇ ਵਿੱਚ ਇੱਕ ਡਿਸਟੈਂਸ ਕ੍ਰੀਏਟ ਹੋ ਗਿਆ। ਅਤੇ ਡਿਸਟੈਂਸ ਆ ਜਾਂਦਾ ਬੰਦੇ ਨੂੰ, ਈਜ਼ੀਲੀ ਆ ਜਾਂਦਾ ਹੈਗਾ ਕਿ ਇਹਦੇ 'ਚੋਂ ਬੰਦਾ ਜਜਮੈਂਟਲ ਹੁੰਦਾ, ਇਹਦੇ 'ਚੋਂ ਬੰਦਾ ਜਿਹੜਾ ਹੈਗਾ ਉਹਦੇ 'ਚ ਉਹ ਇਸ਼ੂਜ਼ ਆਉਂਦੇ ਨੇ ਜਿਹਦੇ ਨਾਲ ਉਹ ਕੁਮੱਤਤਾ ਵਾਲੇ ਪਾਸੇ ਤੁਰਦਾ ਹੈਗਾ। ਸਾਹਿਬ ਪਾਤਸ਼ਾਹ ਨੇ ਕਿਹਾ ਸੁਮੱਤ ਲੈ, ਦੁਰਮਤ ਨਹੀਂ, ਕੁਮੱਤ ਨਹੀਂ। ਅਸੀਂ ਸ਼ਬਦ ਪੜ੍ਹੀਏ ਨਾ ਪਾਤਸ਼ਾਹ ਦੀ ਬਾਣੀ ਦੇ, ਸਾਹਿਬ ਕਹਿੰਦੇ ਮਨ ਰੇ ਕੌਣ ਕੁਮੱਤ ਤੈਂ ਲੀਨੀ। ਮਤਲਬ ਅਸੀਂ ਕਿਸੇ ਚੀਜ਼ ਨੂੰ ਪਰਸੀਵ ਕਰਦੇ ਹਾਂ, ਉਹ ਸੁਮੱਤ ਵੀ ਹੋ ਸਕਦੀ ਹੈ, ਕੁਮੱਤ ਵੀ ਹੋ ਸਕਦੀ ਹੈ, ਦੁਰਮਤ ਬੇਪਰਵਾਹੀ ਦੀ ਗੱਲ ਕੀਤੀ, ਲਾਪਰਵਾਹੀ ਵੀ ਹੋ ਸਕਦੀ ਹੈ। ਮਤਲਬ ਸਪੋਜ਼ ਬੱਚੇ ਨੂੰ ਤੁਸੀਂ ਸਾਹਮਣੇ ਇੰਸਟਰਕਸ਼ਨ ਲਿਖੀਏ ਅਤੇ ਉਹਦੇ ਇੰਸਟਰਕਸ਼ਨ ਦੇ ਮੁਤਾਬਕ ਚੱਲਣਾ। ਸਟਾਪ ਸਾਈਨ ਸਾਹਮਣੇ ਹੈ, ਗੱਡੀ ਆ ਰਹੀ ਹੈ, ਇਸ ਪਾਸੇ ਪੁਲਿਸ ਵਾਲਾ ਵੀ ਖੜਾ ਆ, ਬੰਦਾ ਸਟਾਪ ਸਾਈਨ ਕ੍ਰਾਸ ਕਰ ਰਿਹਾ ਬਿਨਾਂ ਗੱਡੀ ਸਟਾਪ ਕੀਤਿਆਂ। ਹੋਇਆ ਕੀ ਹੈ, ਇੰਨੀ ਜ਼ਿਆਦਾ ਜਿਹੜੀ ਹੈਗੀ ਲਾਪਰਵਾਹੀ, ਮਤਲਬ ਇੰਨਾ ਜ਼ਿਆਦਾ ਜਿਹੜਾ ਹੈਗਾ ਆ, ਇਹ ਬੰਦਾ ਅਵੇਅਰ ਹੀ ਨਹੀਂ ਹੈਗਾ। ਇਹ ਜਿਹੜੀ ਹਾਲਤ ਹੈ, ਇਹ ਤੁਸੀਂ ਕਈ ਵਾਰੀ ਦੇਖਦੇ ਹੋ, ਇਹ ਹੈ ਦੁਰਮਤ। ਮਤ ਤੇ ਹੈ, ਲਾਇਸੈਂਸ ਹੈ, ਥਿਊਰੀ ਪੜ੍ਹ ਕੇ ਮਿਲਿਆ, ਪ੍ਰੈਕਟੀਕਲ ਦੇ ਕੇ ਮਿਲਿਆ, ਪਤਾ ਹੈ ਉਹਨੂੰ, ਥਿਊਰੀ 'ਚ ਲਿਖਿਆ ਆ ਇੱਥੇ ਸਟਾਪ ਕਰਨਾ ਹੈ। ਪ੍ਰੈਕਟੀਕਲ ਦੇ 'ਚ ਐਗਜ਼ਾਮ ਪਾਸ ਕਰਦੇ ਆ, ਜਦੋਂ ਖਾਸ ਕਰਕੇ ਇੰਸਟਰਕਟਰ ਜਾਂ ਐਗਜ਼ਾਮੀਨਰ ਨਾਲ ਸੀਗਾ, ਉਦੋਂ ਪ੍ਰੋਪਰ ਪਾਸ ਕੀਤਾ ਸਾਰਾ ਕੁਛ। ਅਤੇ ਅੱਜ ਕਿਉਂ ਨਹੀਂ ਕੇਅਰ ਕਰ ਰਿਹਾ? ਇੰਨਾ ਹੀ ਹੈ ਕਿ ਜਿਹੜੀ ਇਨਫੋਰਮੇਸ਼ਨ ਸੀ ਨਾ, ਉਹ ਨੌਲੇਜ 'ਚ ਕਨਵਰਟ ਨਹੀਂ ਹੋਈ। ਪ੍ਰੈਕਟੀਕਲ ਵੇ ਨਾਲ ਉਹਨੂੰ ਅਡਾਪਟ ਕਰਨ ਦੀ ਬਜਾਏ ਸਿਰਫ ਇਨਫੋਰਮੇਸ਼ਨ ਦੇ ਤੌਰ 'ਤੇ ਉਹਨੂੰ ਛੱਡ ਦਿੱਤਾ ਇਸ ਤਰੀਕੇ ਦੇ ਨਾਲ। ਦੁਰਮਤ, ਮਤ ਤੋਂ ਦੂਰੀ ਰਹੀ। ਪਰ ਇਹ ਜਿਹੜੀ ਚੀਜ਼ ਆ, ਇਹਨੂੰ ਤੁਸੀਂ ਇਸ ਤਰੀਕੇ ਨਾਲ ਐਕਸੈਪਟ ਕਰਨਾ ਕਿ ਦੂਰੀ ਨੂੰ ਘਟਾ ਕੇ ਮਤ ਨੂੰ ਐਕਸਰਸਾਈਜ਼ ਵਿੱਚ ਲੈ ਕੇ ਆਉਣਾ ਆ। ਅਤੇ ਮਤ ਇਕੱਲੀ ਐਕਸਰਸਾਈਜ਼ ਨਹੀਂ ਕਰਨੀ, ਮਤ ਵਧਾਉਣੀ ਵੀ ਹੈ। ਗੁਰਬਾਣੀ ਇਹ ਵੀ ਕਹਿ ਰਹੀ ਹੈ ਮਤ ਵੀ ਵਧਾਉਣੀ ਹੈ, ਅਤੇ ਮਤ ਵੀ ਚੰਗੀ ਲੈਣੀ ਹੈ। ਅਸੀਂ ਸ਼ਬਦ ਪੜ੍ਹੀਏ, ਸਮਾਂ ਨਹੀਂ ਉਸ ਲੈਵਲ 'ਤੇ ਮੈਂ ਜਾਵਾਂ ਉਸ ਪਾਸੇ। ਬਚਤ ਗੁਰੂ ਗ੍ਰੰਥ ਸਾਹਿਬ ਖਜ਼ਾਨਾ ਹੀ ਅਸਲ ਦੇ ਸਾਹਿਬ ਜ਼ਿਕਰ ਕਰਦੇ, ਗੁਰ ਕਾ ਸ਼ਬਦ ਬਨਾਵੋ ਇਹ ਮਨ, ਗੁਰ ਕਾ ਦਰਸ਼ਨ ਸੰਚੋ ਹਰ ਤਨ। ਇੱਕ ਸਲੋਗਨ, ਇੱਕ ਜਿਹੜਾ ਮੋਟੋ ਸਿੱਖੀ ਦਾ, ਉਹ ਆਪਣੇ ਇੰਝ ਕਰੋ, ਆਪਣੇ ਮਤਲਬ ਆਪਣੇ ਜਿਹੜਾ ਹੈਗਾ ਸੀਨੇ 'ਤੇ ਲਿਖ ਦਿਓ ਪੱਕੇ ਤੌਰ 'ਤੇ, ਸਲੇਟ ਪਾ ਲਓ ਆਪਣੇ ਗਲ ਦੇ ਵਿੱਚ। ਕੀ ਹੈ ਜਿਹੜਾ ਸ਼ਬਦ ਵਿੱਚ ਮੈਂ ਬਚਨ ਪੜ੍ਹ ਰਿਹਾ ਸੀਗਾ ਕਿ ਗੁਰ ਕਾ ਸ਼ਬਦ ਬਨਾਵੋ ਇਹ ਮਨ, ਗੁਰ ਕਾ ਦਰਸ਼ਨ ਸੰਚੋ ਹਰ ਤਨ, ਉੱਤਮ ਮਤ ਮੇਰੇ ਹਿਰਦੈ ਤੂੰ ਆਓ। ਹੇ ਦੁਨੀਆ ਦੀ ਉੱਤਮ ਮਤ, ਸੁਪੀਰੀਅਰ ਵਿਜ਼ਡਮ, ਪਲੀਜ਼ ਯੂ ਆਰ ਮੋਸਟ ਵੈਲਕਮ ਫॉर me, you are most welcome inside me. I'm seeker of you. Oh superior wisdom, please come visit me. I want you. I want to contain you. ਮਤਲਬ ਇਹ ਕਿ ਇਸ ਕਿਸਮ ਦੀ ਪ੍ਰਵਿਰਤੀ ਬੰਦੇ 'ਚ ਆ ਜਾਏ। ਮਤ ਕਿਤੋਂ ਵੀ ਮਿਲੇ, ਲਏ, ਸੋਝੀ ਲਏ, ਸਮਝ ਲਏ। ਆਹ ਚੀਜ਼ਾਂ ਜਿਹੜੀਆਂ ਨੇ ਬੰਦਾ ਇਸ ਲੈਵਲ 'ਤੇ ਆਪਣੇ ਆਪ ਨੂੰ ਜਿਹੜਾ ਹੈਗਾ ਅਵੇਅਰ ਕਰੇ। ਅਤੇ ਇਹਦੇ ਬਾਬਤ ਹੋਰ ਬਚਨ ਨੇ, ਮਤਲਬ ਕੋਈ ਕਮੀ ਥੋੜ੍ਹਾ ਆ। ਇਹਨੂੰ ਸਾਹਿਬ ਨੇ ਕਿਹਾ ਕਿ ਦੁਰਮਤ ਹੋ ਗਈ, ਮਤ ਤੋਂ ਦੂਰੀ ਹੋ ਗਈ, ਬੰਦਾ ਭੁਲੇਖੇ 'ਚ ਹੀ ਪੈ ਗਿਆ। ਮਤਲਬ ਤੁਸੀਂ ਧਿਆਨ ਨਾਲ ਦੇਖੋ ਸਹੀ ਰੂਪ ਇਸ ਤਰੀਕੇ ਦੇ ਨਾਲ ਸਮਾਜਿਕ ਵਰਤੋਂ ਵਿਹਾਰ ਦੇ ਵਿੱਚ। ਮਾਂ ਬਾਪ ਨੇ ਪਾਲਿਆ, ਮਾਂ ਬਾਪ ਨੇ ਵੱਡਿਆਂ ਕੀਤਾ। ਸਿੰਪਲ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਐਥਿਕਸ ਦੇ ਲੈਵਲ 'ਤੇ ਦੇਖੋ। ਇੱਕ ਦਿਨ ਐਸਾ ਹੁੰਦਾ ਹੈ ਉਸੇ ਘਰ ਦੇ ਵਿੱਚ, ਤੁਸੀਂ ਰੋਜ਼ ਇਹੋ ਜਿਹੀਆਂ ਸਟੋਰੀਆਂ ਪੜ੍ਹਦੇ ਹੋ, ਬੱਚਾ ਕਹਿੰਦਾ ਹੈ ਯੂ ਨੋ ਇਟਸ ਮਾਈ ਹਾਊਸ। ਉਹਨਾਂ ਨੂੰ ਕਹਿੰਦਾ ਵੀ ਯੂ ਕੈਨ ਨੋਟ ਸਟੇ ਹੇਅਰ, ਮਾਪਿਆਂ ਨੂੰ ਚੱਕ ਕੇ ਬਾਹਰ ਮਾਰਦਾ ਹੈ। ਤੁਸੀਂ ਰੋਜ਼ ਸਟੋਰੀਜ਼ ਪੜ੍ਹਦੇ ਹੋ ਦੀਆਂ। ਇਹ ਕੀ ਹੈ? ਦੁਰਮਤ। ਸੋਝੀ ਨਹੀਂ ਹੈ, ਤੈਨੂੰ ਸਮਝ ਨਹੀਂ ਹੈ। ਅਸੀਂ ਫਿਰ ਇਸ ਤਰੀਕੇ ਨਾਲ ਆਪਣੇ ਬਜ਼ੁਰਗਾਂ ਤੋਂ, ਆਪਣੇ ਐਨਚੈਸਟਰਸ ਤੋਂ, ਸਾਰਿਆਂ ਤੋਂ, ਜਿਹੜਾ ਰੱਬ ਜਿਹੜਾ ਕਰਤਾਰ ਜਿਹੜਾ ਸਭ ਵਿੱਚ ਵਰਤ ਰਿਹਾ ਉਸ ਰੂਪ ਦੇ ਵਿੱਚ, ਬੰਦਾ ਆਪਣੀ ਜ਼ਹਿਨੀਅਤ 'ਚ ਹਰ ਚੀਜ਼ ਪਾ ਰਿਹਾ। ਦੁਨੀਆ ਭਰ ਦੇ ਗੀਤ, ਨਾਦ, ਬੋਲ, ਕਬੋਲ, ਹਰ ਚੀਜ਼ ਸੁਣ ਰਿਹਾ। ਜਦੋਂ ਕਿਤੇ ਆਉਂਦੀ ਗੱਲ ਕਿ ਕੋਈ ਰੱਬੀ ਇਬਾਦਤ ਦੀ, ਜਿਹੜੀ ਤੁਹਾਡੀ ਮਤ ਨੂੰ ਟਿਕਾਣੇ ਲੱਗੇ, ਜਿਹੜੀ ਤੁਹਾਨੂੰ ਸਹੀ ਰੂਪ ਦੇ 'ਚ ਜਿਹੜਾ ਹੈਗਾ ਜੀਵਨ ਜੀਣ ਦੀ ਜਾਚ ਸਿਖਾਏ, ਕਿਸੇ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ, ਕਿਸੇ ਸਪਿਰਿਚੁਅਲ ਵਿਹਾਰ ਦੇ ਵਿੱਚ, ਉੱਥੇ ਜਾ ਕੇ ਕੀ ਹੈ, ਉਹਦੇ ਬੰਦਾ ਕਹਿੰਦਾ ਨੋ ਆਈ ਕੈਨ ਨੋਟ ਐਕਚੁਅਲੀ ਗੋ ਦੈਟ ਸਾਈਡ, ਆਮ ਐਥੀਅਸਟ। ਮੈਂ ਤੇ ਇਸ ਕਿਸਮ ਦੀ ਗੱਲ। ਦੁਰਮਤ ਮੇਨ ਸੋਝੀ ਅਹਿਸਾਸ ਹੀ ਨਹੀਂ, ਮੈਂ ਕਹਿ ਕੀ ਰਿਹਾ, ਕਰ ਕੀ ਰਿਹਾ, ਐਕਸਰਸਾਈਜ਼ ਕੀ ਹੋ ਰਹੀ ਹੈ। ਫਿਰ ਇਹ ਜਿਹੜੀ ਦੂਰੀ ਹੈ ਇਹਨੂੰ ਦੂਰ ਕਰਨ ਵਾਸਤੇ ਜਿਹੜੀ ਚੀਜ਼ ਮਦਦ ਕਰਦੀ ਉਹ ਵੀ ਸ਼ਬਦ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੋਰ ਲੈ ਲੈਂਦੇ ਹਾਂ, ਫਿਰ ਬਚਨ ਦੀ ਵਿਆਖਿਆ ਕਰ ਦਿੰਦੇ ਹਾਂ।
ਇੱਕ ਜਗ੍ਹਾ ਜ਼ਿਕਰ ਕਰਦੇ ਕਹਿੰਦੇ ਵੀ ਮਾਧੋ ਮਾਧਵੀ ਨੂੰ ਬਣਾਉਣ ਵਾਲੇ, ਮਾਇਆ ਨੂੰ ਬਣਾਉਣ ਵਾਲੇ ਰੱਬ। ਤੂੰ ਮਾਧੋ ਹੈ, ਮਾਧਵੀ ਦਾ ਮਾਲਕ ਹੈ, ਤੂੰ ਸਭ ਕਾਸੇ ਨੂੰ ਬਣਾ ਰਿਹਾ, ਚਲਾ ਰਿਹਾ। ਮਾਧੋ ਬੰਦੇ ਦੀ ਹਾਲਤ ਦੇਖੋ ਕੀ ਹੈ, ਮਾਧੋ ਅਵਿਦਿਆ ਹਿਤ ਕੀਨ। ਬ੍ਰਿਜ ਭਾਸ਼ਾ ਆ, ਹਿਤ ਦਾ ਮਤਲਬ ਹੁੰਦਾ ਫਰੈਂਡਸ਼ਿਪ, ਦੋਸਤੀ, ਸਾਂਝ, ਐਸੋਸੀਏਸ਼ਨ। ਅਵਿਦਿਆ ਲਫ਼ਜ਼ ਹੈ ਵਿਦਿਆ, ਵਿਦਿਆ ਦਾ ਮਤਲਬ ਹੁੰਦਾ ਐਜੂਕੇਸ਼ਨ, ਤਾਲੀਮ, ਗਿਆਨ, ਸੋਝੀ। ਤੇ ਅਵਿਦਿਆ ਕਿਉਂਕਿ ਐੜਾ ਜਿਹੜਾ ਹੈਗਾ ਜੇ ਪ੍ਰੀਫਿਕਸ ਲਗਾ ਦਿੰਦੇ ਆ ਤੇ ਉਹ ਨੈਗੇਟਿਵ ਹੋ ਜਾਂਦਾ ਵਰਡ, ਮਤਲਬ ਇਲੀਟਰੇਸ਼ਨ, ਅਮੂੜਤਾ। ਬੰਦੇ ਨੇ ਫਰੈਂਡਸ਼ਿਪ ਕਾਹਦੇ ਨਾਲ ਕੀਤੀ? ਅਮੂੜਤਾ ਦੇ ਨਾਲ, ਅਗਿਆਨਤਾ ਦੇ ਨਾਲ, ਇਲੀਟਰੇਸ਼ਨ ਦੇ ਨਾਲ। ਜਿਹੜਾ ਬੰਦਾ ਇਲੀਟਰੇਸ਼ਨ ਨਾਲ ਦੋਸਤੀ ਲਗਾਏਗਾ ਉਹਦਾ ਜੀਵਨ ਦਾ ਕਲਿਆਣ ਕਿਵੇਂ ਹੋਏਗਾ? ਮਾਧੋ ਅਵਿਦਿਆ ਹਿਤ ਕੀਨ, ਤੇ ਹੋਇਆ ਕੀ? ਵਿਵੇਕ ਦੀਪ ਮਲੀਨ। ਵਿਵੇਕ ਦਾ ਦੀਵਾ ਮੈਲਾ ਹੋ ਗਿਆ। ਦੀਪ ਮਲੀਨ ਬੜਾ ਪਿਆਰਾ ਲਫ਼ਜ਼ ਆ। ਜਿਵੇਂ ਤੁਸੀਂ ਜੇ ਕਿਤੇ ਦੇਖਿਆ ਹੋਏ ਥੋੜ੍ਹਾ, ਤੁਸੀਂ ਅੱਜ ਤੋਂ 30-40 ਸਾਲ ਪਹਿਲਾਂ ਦੀ ਜ਼ਿੰਦਗੀ ਲੋਕਾਂ ਦੀ ਦੇਖੋ, ਜਦੋਂ ਦੀਵਿਆਂ ਨਾਲ ਬਲਦੀ ਸੀ। ਅਜੇ ਵੀ ਸ਼ਾਇਦ ਦੀਵੇ ਵਗੈਰਾ ਲੋਕ ਉੱਥੇ ਯੂਜ਼ ਕਰਦੇ ਹੋਣਗੇ, ਮੈਨੂੰ ਐਕਸਪੀਰੀਅੰਸ ਨਹੀਂ, ਹੁਣ ਸਮਾਂ ਹੋ ਗਿਆ ਬੜਾ। ਬਟ ਇਹ ਹੁੰਦਾ ਸੀਗਾ ਕਿ ਦੀਵਾ ਆ ਅਤੇ ਦੀਵਾ ਇਸ ਤਰੀਕੇ ਨਾਲ ਉਹਦੀ ਬੱਤੀ ਬਲ ਰਹੀ ਹੈ, ਅਤੇ ਦੀਵੇ ਦੇ 'ਚ ਜੇ ਉਹਨੂੰ ਜਲਦਾ ਰੱਖਣਾ ਉਹ 'ਚ ਤੇਲ ਪਾਉਣਾ ਪੈਂਦਾ ਹੈ। ਅਤੇ ਤੁਸੀਂ ਤੇਲ ਦੀ ਥਾਂ 'ਤੇ ਪਾਣੀ ਪਾ ਦਿਓ ਉਹਦੇ 'ਚ, ਵਟਸ ਗੋਨਾ ਹੈਪਨ? ਲੋੜ ਹੀ ਨਹੀਂ ਬੁਝਾਉਣ ਦੀ, ਆਪੇ ਬੁੱਝ ਜਾਏਗਾ। ਜਿਹੜਾ ਅੰਦਰਲਾ ਦੀਵਾ ਹੈ ਨਾ, ਇਹ ਬਲਦਾ ਰੱਖਣ ਵਾਸਤੇ ਚੰਗੇ ਗਿਆਨ ਦਾ ਉਹਦੇ 'ਚ ਇਨਵੈਸਟਮੈਂਟ ਕਰਨੀ ਪਏਗੀ, ਉਹਦੇ 'ਚ ਐਫਰਟ ਪਾਉਣੀ ਪਏਗੀ। ਨਹੀਂ ਪਾਓਗੇ ਫਿਰ ਕੀ ਹੋਏਗਾ? ਆਪਣੇ ਆਪ ਬੁੱਝ ਜਾਏਗਾ। ਅਤੇ ਜੇ ਬਲਕਿ ਉਲਟਾ ਜਿਹੜਾ ਹੈਗਾ ਕੁਮਤ ਦਾ ਇਹੋ ਜਿਹਾ ਅਵਿਦਿਆ ਦਾ ਉਹ ਪਾ ਦਿਓਗੇ, ਵੈਸੇ ਹੀ ਬੁੱਝ ਜਾਣਾ ਉਹਨੇ। ਇਹ ਹਾਲਤ, ਇਹ ਰੂਪ ਆ ਅਸਲ ਦੇ ਵਿੱਚ। ਸਾਹਿਬ ਪਾਤਸ਼ਾਹ ਜ਼ਿਕਰ ਕਰਦੇ ਗਿਆਨ ਆ ਜਾਏ, ਅਤੇ ਫਿਰ ਗਿਆਨ ਆਉਣ ਤੋਂ ਬਾਅਦ ਜਿਹੜੀ ਸਾਡੀ ਬਹੁਤੀ ਲੜਾਈ ਝਗੜਾ ਹੈ ਤਾਂ ਵੈਸੇ ਹੀ ਮੁੱਕ ਜਾਂਦਾ। ਆਪਣੇ ਆਪ ਨਾਲ ਹੀ ਤੇ ਆਲੇ ਦੁਆਲੇ ਨਾਲ ਵੀ। ਪਰਿਵਾਰ ਆ, ਤੁਸੀਂ ਜਾਇਦਾਦਾਂ, ਪ੍ਰੋਪਰਟੀ, ਕੈਸੀਆਂ ਚੀਜ਼ਾਂ, ਉਹ ਤਾਂ ਚਲੋ ਫਿਰ ਵੱਡੀ ਗੱਲ ਹੋ ਸਕਦੀ ਕਿਸੇ ਵਾਸਤੇ। ਛੋਟੀਆਂ ਛੋਟੀਆਂ ਘਰ ਦੀਆਂ ਈਗੋਟਿਸਟ ਜਿਹੜੀਆਂ ਲੈਵਲ ਦੀਆਂ ਚੀਜ਼ਾਂ ਹੈਗੀਆਂ ਨੇ, ਇਹਨੇ ਮੈਨੂੰ ਫਲਾਣੀ ਥਾਂ 'ਤੇ ਐਵੇਂ ਨਹੀਂ ਬੁਲਾਇਆ, ਸਤਿ ਸ੍ਰੀ ਅਕਾਲ ਨਹੀਂ ਕੀਤੀ, ਇਸ ਤਰ੍ਹਾਂ ਨਹੀਂ ਕੀਤਾ, ਦੈਟਸ ਇਟ, ਸਭ ਗੜਬੜ। ਉਹ ਸਾਹਿਬ ਕਹਿੰਦੇ ਮਿੱਟੀ 'ਚ ਪਾ, ਮਿੱਟੀ ਹੈ, ਮਿੱਟੀ ਹੋ ਜਾਣਾ ਇੱਕ ਦਿਨ। ਕਿਹੜੇ ਚੱਕਰਾਂ 'ਚ ਪਿਆ ਹੈਗਾ? ਬੰਦਾ ਕਹੇਗਾ ਲੈ ਮੈਨੂੰ ਤਾਂ ਅਗਲਿਆਂ ਨੇ ਮਿੱਟੀ ਵੀ ਨਹੀਂ ਸਮਝਿਆ, ਮੈਂ ਤਾਂ ਬਿਲਕੁਲ ਹੀ ਖਤਮ ਹੋ ਗਿਆ ਉਹਨਾਂ ਵਾਸਤੇ। ਭਗਤ ਫਰੀਦ ਜੀ ਨੇ ਐਗਜ਼ਾਮਪਲ ਕੀਤੀ, ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਮਿੱਟੀ ਹੋ ਜਾ, ਤੇ ਮਿੱਟੀ ਹੋ ਕੇ ਇੰਝ ਕਹਿ ਕਿਉਂ? ਬੰਦਾ ਕਹਿੰਦਾ ਮੈਂ ਤਾਂ ਹੋਈ ਮਿੱਟੀ ਗਿਆ, ਫਿਰ ਵੀ ਮੈਨੂੰ ਨਹੀਂ ਛੱਡ ਰਹੇ। ਉਹ ਕਹਿੰਦੇ ਗੱਲ ਇਹ ਹੈ ਵੀ ਖਾਕੂ ਜੇੜ ਨਾ ਕੋਈ, ਜੀਵਤਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਆਖਿਰਕਾਰ ਵੱਡੇ ਵੱਡੇ ਰਾਜੇ ਰਜਵਾੜੇ, ਵੱਡੇ ਕਿੱਥੇ ਨੇ ਜੋ ਲੋਕ? ਮਿੱਟੀ 'ਚ ਮਿਲ ਗਏ ਸਭ। ਇਹ ਬੰਦੇ ਦੀ ਸੋਚ ਦੀ ਪਾਇਆ ਆ। ਕਿਉਂ ਆਪਣੇ ਆਪ ਨੂੰ ਐਵੇਂ ਜਲਾ ਰਿਹਾ, ਖਪਾ ਰਿਹਾ ਹੈਗਾ? ਨਿਕਲਿਆ ਬਾਹਰ, ਕਰਤਾਰ ਤੇ ਭਰੋਸਾ ਰੱਖ ਕੇ ਆਪਣੇ ਤਨ ਮਨ ਧਨ ਨੂੰ ਉਹਨੂੰ ਸਮਰਪਿਤ ਕਰਕੇ ਜੀਵਨ ਜੀ। ਬਚਨ ਆਇਆ ਤਨ ਮਨ ਸਭ ਕਿਛ ਹਰਿ ਤਿਸ ਘੇਰਾ, ਦੁਰਮਤ ਕਹਿਣ ਨਾ ਜਾਏ। ਪਰ ਦੁਰਮਤ ਜਿਹੜੀ ਡਿਸਟੈਂਸ ਕ੍ਰੀਏਟ ਹੋ ਗਈ ਵਿਜ਼ਡਮ ਤੋਂ, ਉਹ ਮੈਨੂੰ ਇਹ ਸਮਝ ਨਹੀਂ ਆਉਣ ਦੇ ਰਹੀ। ਅਗਲਾ ਬਚਨ ਲਿਖਿਆ, ਹੁਕਮ ਹੋਵੇ ਤਾਂ ਨਿਰਮਲ ਹੋਵੇ। ਹੁਕਮ ਹੋਵੇ, ਜੇ ਉਹਦਾ ਹੁਕਮ ਹੋ ਜਾਏ। ਤੇ ਹੁਣ ਹੁਕਮ ਦੇਖੋ, ਹੁਕਮ ਤੇ ਹੋ ਹੀ ਰਿਹਾ ਆ, ਪਰ ਗੱਲ ਇਹ ਹੈ ਵੀ ਹੁਕਮ ਸਮਝ ਵੀ ਤੇ ਆਵੇ। ਜਿਹੜੀ ਉਹ ਸਮਝ ਵਾਲੀ ਬਾਤ ਆ, ਬੱਚਾ ਆ ਛੋਟਾ ਜਿਹਾ, ਉਸ ਨੂੰ ਤੁਸੀਂ ਕੋਈ ਚੀਜ਼ ਕਹਿੰਦੇ ਹੋ, ਗੱਲ ਕਹਿੰਦੇ ਹੋ, ਤੇ ਉਹਨੂੰ ਕੋਈ ਪਤਾ ਨਹੀਂ ਲੱਗਦਾ, ਉਹਦੀ ਵੋਕੈਬਲਰੀ ਵੀ ਨਹੀਂ ਡਿਵੈਲਪ ਹੋਈ, ਉਹਨੂੰ ਉਹਦਾ ਐਕਸਪੀਰੀਅੰਸ ਵੀ ਨਹੀਂ ਹੈਗਾ। ਤੇ ਉਹ ਵਿਚਾਰਾ ਉਨੀ ਕੁ ਗੱਲ, ਜਿੰਨੀ ਕੁ ਤੁਸੀਂ ਗੱਲ ਕਹਿੰਦੇ, ਉਹਨੂੰ ਸਪੋਜ਼ ਕਰੋ ਕਿ ਫਲਾਣਾ ਕੰਮ ਕਰਦੇ, ਉਹਨੂੰ ਕਹਿ ਦਿਓ ਵੀ ਤੂੰ ਆਹ ਚੀਜ਼ ਚੱਕ ਕੇ ਉੱਥੇ ਰੱਖਿਆ, ਤੇ ਉਹਨੂੰ ਨਾ ਚੱਕਣ ਦਾ ਪਤਾ, ਨਾ ਰੱਖਣ ਦਾ ਪਤਾ ਹੈ, ਤੇ ਉਹਨੂੰ ਉਹਦੇ ਵਾਸਤੇ ਕੋਈ ਇਨਫੋਰਮੇਸ਼ਨ ਮਾਇਨੇ ਨਹੀਂ ਰੱਖਦੀ। ਫਿਰ ਤੁਸੀਂ ਕਹੋ ਕਿ ਮੇਰੇ ਆਰਡਰ ਨੂੰ ਓਬੇ ਨਹੀਂ ਕਰ ਰਿਹਾ ਹੈ। ਭਾਈ ਆਰਡਰ ਪਹਿਲਾਂ ਉਹਨੂੰ ਸਮਝ ਤੇ ਆਵੇ। ਬੱਚੇ ਨੂੰ ਸਮਝਾਉਣ ਦੀ ਲਿਟਰਲੀ ਤੌਰ 'ਤੇ ਅਸੀਂ ਡਿਊਟੀ ਲੈ ਲੈਂਦੇ ਹਾਂ, ਮੈਂ ਸਮਝਾਵਾਂਗਾ, ਮੈਂ ਸਿਖਾਵਾਂਗਾ ਇਸ ਤਰੀਕੇ ਦੇ ਨਾਲ। ਮਦਰ ਨੇਚਰ ਨੇ ਇੱਕ ਅਟੋਨਮੀ ਜਨਰੇਟ ਕੀਤੀ ਹਿਊਮਨ ਬਿਹੇਵੀਅਰ ਦੇ ਵਿੱਚ। ਉਹ ਹੈਗਾ ਕਿ ਮਦਰ ਨੇਚਰ ਕਹਿੰਦੀ ਹੈ ਕਿ ਦੇਖ ਹੁਕਮ ਹੈ, ਤੇ ਚੱਲਣਾ ਵੀ ਹੁਕਮ ਵਿੱਚ ਹੈ, ਪਰ ਇਹ ਹੁਕਮ ਸਮਝਣਾ ਵੀ ਤੈਨੂੰ ਆਪ ਪੈਣਾ। ਸਮਝਣ ਵਾਸਤੇ ਜਿਹਦੇ ਕੋਲੋਂ ਸਿੱਖਣਾ, ਉਹ ਸੋਰਸ ਵੀ ਤੈਨੂੰ ਆਪ ਲੱਭਣਾ ਪੈਣਾ। ਅਟੋਨਮੀ ਦਿੱਤੀ ਤੈਨੂੰ, ਇੰਡੀਪੈਂਡੈਂਟ ਕੀਤਾ। ਇਸ ਲਈ ਅਸੀਂ ਸਾਰੇ ਆਜ਼ਾਦ। ਅਸੀਂ ਆਪਣੀ ਹੀ ਉਸ ਰੂਪ ਦੇ ਵਿੱਚ ਮਰਜ਼ੀ ਦੇ ਨਾਲ
ਹੁਕਮ ਸਮਝਣਾ, ਹੁਕਮ ਸਿੱਖਣਾ, ਹੁਕਮ ਪਾਲਣਾ ਹੈਗਾ। ਹੁਕਮ ਹੋ ਰਿਹਾ ਉਹਦਾ। ਹੁਕਮ ਸਿੱਧੇ ਤੌਰ 'ਤੇ ਹੁਕਮ ਇਹ ਹੈ, ਜ਼ਹਿਰ ਖਾਓਗੇ ਤੇ ਮਰ ਜਾਓਗੇ, ਅੰਮ੍ਰਿਤ ਪੀਓਗੇ ਤੇ ਬਚ ਜਾਓਗੇ। ਹੁਕਮ ਹੈ। ਬੰਦਾ ਇਸ ਹੁਕਮ ਨੂੰ ਸਮਝੇ ਨਾ। ਹੁਣ ਸਪੋਜ਼ ਕਰੋ ਸਾਡਾ ਲਾਈਫ ਸਟਾਈਲ ਮੋਸਟਲੀ ਕਿਵੇਂ ਦਾ ਆ, ਸਾਨੂੰ 7-8 ਘੰਟੇ ਦੀ ਐਟਲੀਸਟ ਨੀਂਦ ਚਾਹੀਦੀ ਹੈ। ਉਸ ਟਾਈਮ ਵਿੱਚ ਚਾਹੀਦੀ ਜਿਸ ਟਾਈਮ ਵਿੱਚ ਮਦਰ ਨੇਚਰ ਨੇ ਸੌਣ ਦਾ ਪੈਟਰਨ ਬਣਾਇਆ ਹੈਗਾ। ਇਹ ਨਹੀਂ ਹੋਏਗੀ, ਇਹਦੇ ਇਕੱਲੇ ਜਿਹੜਾ ਹੈਗਾ ਸਲੀਪਿੰਗ ਪੈਟਰਨ ਪ੍ਰੋਪਰ ਨਾ ਹੋਣ ਕਰਕੇ ਤੇ ਸਲੀਪਿੰਗ ਟਾਈਮ ਪ੍ਰੋਪਰ ਨਾ ਦੇਣ ਕਰਕੇ ਬੰਦੇ ਦੀਆਂ ਮੋਸਟਲੀ ਪ੍ਰੋਬਲਮਸ ਇੱਥੋਂ ਸ਼ੁਰੂ ਹੁੰਦੀਆਂ ਨੇ। ਜ਼ਹਿਰੀਆ ਹੋਰ ਕੀ ਹੈ? ਅੱਜ ਕੱਲ੍ਹ ਟੈਕਨੋਲੋਜੀ ਹੈ। ਹਾਲਾਂਕਿ ਮੈਂ ਵੀ ਇਹਦੇ ਵਾਸਤੇ ਕੋਈ ਐਕਸੈਪਸ਼ਨਲ ਐਗਜ਼ਾਮਪਲ ਨਹੀਂ ਹੈਗਾ ਇਹਦੇ 'ਚ, ਪਰ ਹਕੀਕਤ ਕੀ ਹੈ, ਆ ਜਿਹੜੀਆਂ ਸਾਡੀਆਂ ਇਤਨੀਆਂ ਸ਼ਾਰਪ ਜਿਹੜੀਆਂ ਸਕਰੀਨ ਲਾਈਟਸ ਨੇ, ਇਹ ਸੌਣ ਤੋਂ ਐਕਚੁਅਲੀ 2-2.5 ਘੰਟੇ ਪਹਿਲਾਂ ਅੱਖਾਂ 'ਚ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਵੀ। ਜੇ 2-2.5 ਘੰਟੇ ਪਹਿਲਾਂ ਅੱਖਾਂ 'ਚੋਂ ਚਲੀਆਂ ਜਾਣਗੀਆਂ, ਫਿਰ ਜਾ ਕੇ ਜੇ ਪ੍ਰੋਪਰ ਜਿਹੜਾ ਸਲੀਪ ਵਿੱਚ ਜਾਓਗੇ ਤਾਂ ਜਾ ਕੇ ਬ੍ਰੇਨ ਰੈਸਟ ਮੂਡ ਜਾਏਗਾ। ਸਾਇੰਟੀਫਿਕਲੀ ਸਟੱਡੀ ਹੈ ਸਾਰੀ। ਕਿੰਨੇ ਲੋਕ ਹਾਂ ਅਸੀਂ, ਜਦੋਂ ਅਸੀਂ ਦੇਖ ਰਹੇ ਹਾਂ ਸੋਸ਼ਲ ਸਟਰਕਚਰ 'ਚ ਕੀ ਹਾਲ ਹੈ, ਰਿਲੇਸ਼ਨਸ਼ਿਪ ਵਿੱਚ ਕੀ ਹਾਲ ਹੈ, ਸਭ ਜਗ੍ਹਾ ਦੇ ਉੱਤੇ, ਤੇ ਇਹ ਕਿੱਥੋਂ ਆ ਰਿਹਾ ਹੈ? ਜ਼ਹਿਰ ਖਾ ਰਿਹਾ ਬੰਦਾ। ਇਹੀ ਹੈ ਇੱਕ ਤਰ੍ਹਾਂ ਦੀ ਸਾਰੀ। ਤੇ ਇਹ ਸਾਰ ਦੀ ਸਮਝ ਨਹੀਂ ਆ ਰਹੀ। ਹੁਕਮ ਤੇ ਹੈ ਸਾਹਮਣੇ, ਗਿਆਨ ਵਿਗਿਆਨ ਸਭ ਦੱਸ ਰਿਹਾ ਤੁਹਾਨੂੰ ਉਸ ਰੂਪ ਦੇ ਵਿੱਚ, ਪਰ ਬੰਦਾ ਸੁਣ ਕੇ ਵੀ ਨਹੀਂ ਸੁਣਦਾ। ਹੋਰ ਹੁਕਮ, ਹੁਣ ਰੱਬ ਜੀ ਦਾ ਉਹੋ ਜਿਹਾ ਕੋਈ ਨਿਜ਼ਾਮ ਹੈ ਨਹੀਂ ਗਾ ਕਿ ਸਪੈਸ਼ਲ ਜਗ੍ਹਾ ਬਣਾਈ ਉੱਥੇ ਆਰਡਰ ਕਰੇਗਾ ਆ ਕੇ ਢੋਲ ਵਜਾ ਕੇ। ਗੁਰਬਾਣੀ ਕਹਿੰਦੀ ਹੈ ਜ਼ਰਰੇ ਜ਼ਰਰੇ 'ਚ ਹੁਕਮ ਦੇ ਰਿਹਾ। ਤੂੰ ਹੁਕਮ ਨੂੰ ਸਮਝਣਾ ਤੇ ਜੀਣਾ ਆ। ਇੱਥੇ ਮਹਾਰਾਜ ਨੇ ਇੱਥੇ ਬਿਆਨ ਕੀਤਾ ਆ, ਸਭ ਕਹਿੰਦੇ ਹੁਕਮ ਹੋਵੇ ਤਾਂ ਨਿਰਮਲ ਹੋਵੇ। ਜਦੋਂ ਹੁਕਮ ਵਿੱਚ ਬੰਦਾ ਹੋ ਜਾਂਦਾ, ਉਹਦੇ 'ਚ ਉਤਰ ਜਾਂਦਾ, ਨਿਰਮਲ ਹੋ ਜਾਂਦਾ, ਮੈਲ ਰਹਿਤ ਹੋ ਜਾਂਦਾ, ਕਿਉਂਕਿ ਉਹ ਹੁਕਮ ਦੇ ਅਕੋਰਡਿੰਗਲੀ ਚੱਲਣਾ ਸ਼ੁਰੂ ਕਰ ਦਿੰਦਾ, ਉਸ ਲਾਅ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਆ। ਹਉਮੈ ਵਿੱਚੋਂ ਜਾਏ। ਜਿਹੜੀ ਹਉਮੈ ਕੱਲ੍ਹ ਤੱਕ ਤੰਗ ਕਰ ਰਹੀ ਸੀਗੀ, ਹੁਣ ਉਹ ਹੈ ਹੀ ਨਹੀਂ। ਉਹ ਮੈਂ ਦੀ ਹਸਤੀ ਬਿਲਕੁਲ ਸਿੰਪਲ। ਦੁਨੀਆ ਕਿਸੇ ਵਾਸਤੇ ਵੀ ਨਹੀਂ ਬਦਲਦੀ, ਨਾ ਕੱਲ੍ਹ, ਨਾ ਅੱਜ, ਨਾ ਆਉਂਦੇ ਕੱਲ੍ਹ ਵਾਸਤੇ। ਗੁਰੂ ਨਾਨਕ ਸਾਹਿਬ ਦਾ ਪੀਰੀਅਡ ਬਹੁਤ ਵਧੀਆ ਪੀਰੀਅਡ ਸੀਗਾ। ਕਮਾਲ ਹੈ, ਕਿੰਨਾ ਕੁ ਵਧੀਆ ਪੀਰੀਅਡ ਸੀਗਾ। ਇੱਕ ਪਾਸੇ ਸਿਕੰਦਰ ਲੋਧੀ, ਉਹਦਾ ਪੂਰਾ ਜ਼ੁਲਮ ਹੋ ਰਿਹਾ, ਦੂਜੇ ਪਾਸੇ ਨਵਾਬਾਂ ਦੀ ਲੜਾਈ ਹੈ, ਉੱਧਰ ਪਾਸੇ ਬਾਬਰ ਹਮਲਾਵਰ ਹੋ ਰਿਹਾ। ਗੁਰੂ ਬਾਬਾ ਜੀ ਦੇ ਸ਼ਬਦ ਪੜ੍ਹੋ ਤੁਸੀਂ, ਜਿਹੜੇ ਗੁਰੂ ਮਹਾਰਾਜ ਨੇ ਲਿਖੇ ਨੇ। ਮਹਾਰਾਜ ਅਹਿਸਾਸ ਕਰਾਉਂਦੇ ਪਿਆ, ਮੈਂ ਗਾਜਰ ਮੂਲੀਆਂ ਨਹੀਂ ਵੱਢਦੇ ਜਿਵੇਂ ਬੰਦੇ ਵੱਢੇ ਜਾ ਰਹੇ ਨੇ। ਕਤਲੋ ਗਾਰਤ ਮੱਚੀ ਹੈ ਚਾਰ ਚੁਫੇਰੇ, ਕੋਈ ਹਾਲਤ ਹੈ ਇਸ ਸਾਰੇ ਸਮੇਂ ਦੇ ਵਿੱਚ? ਤੇ ਬੰਦਾ ਕਹੇ ਵੀ ਇਹ ਤੋਂ ਹੋਏ ਦੇ ਪੀਸ ਆਫ ਮਾਈਂਡ ਨਹੀਂ ਹੋ ਸਕਦਾ। ਬਾਬਾ ਨਾਨਕ ਜੀ ਨੇ ਦੁਨੀਆ ਦੀ ਸਭ ਤੋਂ ਆਲਾ ਰਚਨਾ ਬਾਣੀ ਰਚੀ ਉਸ ਸਮੇਂ ਦੇ ਵਿੱਚ। ਜੀਵਨ ਜੀਆ ਕਮਾਲ ਕਰ ਦਿੱਤੀ ਫੜ ਕੇ। ਮਤਲਬ ਇਹ ਚੀਜ਼ਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਦੇਖੋ, ਸਾਰੀ 42 ਸਾਲ ਦੀ ਏਜ ਆ, 9 ਸਾਲ ਦੀ ਉਮਰ 'ਚ ਪਿਤਾ ਸ਼ਹੀਦ ਹੋ ਜਾਂਦੇ, ਏਡੀ ਵੱਡੀ ਜ਼ਿੰਮੇਵਾਰੀ ਮਿਲ ਜਾਂਦੀ। ਤੇ ਸਮਾਂ ਭਗਾਣੀ ਦੀ ਜੰਗ ਤੋਂ ਬਾਅਦ ਜੰਗਾਂ 'ਚ ਬੀਤਿਆ ਸਾਰਾ। ਲੋਹੇ ਦੀਆਂ ਟਾਂਕਾਂ ਖੜਕ ਰਹੀਆਂ ਨੇ, ਘੋੜਿਆਂ ਦੇ ਪੌੜ ਖੜਕ ਰਹੇ ਨੇ, ਚਾਰ ਛਪੇਰੇ ਜਿਹੜਾ ਹੈਗਾ ਨਗਾਰਿਆਂ ਤੇ ਚੋਟਾਂ ਪੈ ਰਹੀਆਂ ਨੇ। ਤੁਸੀਂ ਉਹਨਾਂ ਦੀਆਂ ਰਚਨਾਵਾਂ ਪੜ੍ਹੋ, ਬੰਦਾ ਕਹਿੰਦਾ ਕਮਾਲ ਹੋ ਗਈ। ਬੜਾ ਮਤਲਬ ਇੰਨਾ ਪੀਸ ਆਫ ਮਾਈਂਡ ਕਿੱਥੋਂ ਆ ਰਿਹਾ? ਇਹ ਭਾਈ ਇਹ ਹੈ ਕਿ ਸੰਸਾਰ ਜਿਹੜਾ ਹੈ ਨਾ, ਇਹ ਚੱਲਦਾ ਰਹਿਣਾ ਆ। ਜਿਹੜੀ ਸਾਰੇ ਦੀ ਸਾਰੀ ਤੁਸੀਂ ਕਰਪਸ਼ਨ ਦੇਖ ਰਹੇ ਹੋ, ਤੁਸੀਂ ਸਾਰੇ ਇਸ਼ੂਜ਼ ਦੇਖ ਰਹੇ ਹੋ, ਪ੍ਰੋਬਲਮ ਦੇਖ ਰਹੇ ਹੋ, ਇਹ ਮਦਰ ਨੇਚਰ ਦੇ ਸਾਰੇ ਪਾਰਟ ਦੇ ਵਿੱਚ ਹੀ ਹੈ। ਇੱਥੇ ਮੱਛਰ ਵੀ ਹੈ, ਇੱਥੇ ਸੱਪ ਵੀ ਹੈ, ਇੱਥੇ ਠੂਏ ਵੀ ਨੇ, ਇੱਥੇ ਕੀਟ ਮਕੌੜ ਵੀ, ਸਭ ਕੁਝ ਹੈ। ਇੱਥੇ ਹਰ ਤਰ੍ਹਾਂ ਦੇ ਜਿਹੜੇ ਨੇ ਕੀਟ ਪਤੰਗ ਬਣਾਏ ਨੇ ਕੁਦਰਤ ਨੇ। ਤੇ ਕੋਈ ਕਿਸੇ ਨੂੰ, ਜੰਗਲੇ ਚਲੇ ਜਾਓ, ਬੰਦਿਆਂ ਦੀ ਦੁਨੀਆ 'ਚ ਬੜੀ ਗੜਬੜ ਆ। ਜੰਗਲ ਦੇ ਵਿੱਚ ਚੀਤੇ, ਬਘੇਲੇ, ਸ਼ੇਰ, ਹਰ ਤਰ੍ਹਾਂ ਦੇ ਜਾਨਵਰ ਮਿਲ ਜਾਣਗੇ ਤੁਹਾਨੂੰ, ਮਾਸਾਹਾਰੀ। ਪਰ ਤੁਹਾਨੂੰ ਬਿਨਾਂ ਮਤਲਬ ਤੋਂ ਇੱਕ ਵੀ ਜਾਨਵਰ ਮਰਿਆ ਨਹੀਂ ਮਿਲੇਗਾ, ਇੱਕ ਵੀ ਜਾਨਵਰ। ਮਾਸਾਹਾਰੀ ਜਾਨਵਰ ਉਦੋਂ ਹੀ ਮਾਰੇਗਾ ਜਦੋਂ ਉਹਨੇ ਖਾਣਾ ਆ। ਐਵੇਂ ਨਹੀਂ, ਬਿਮਾਰੀ ਨਹੀਂ ਲੱਗੀ ਉਹਨੂੰ ਵੀ ਮਾਰ ਮਾਰ ਕੇ ਸੱਟੀ ਜਾਏ, ਟੇਸਟ ਕਰ ਕਰਕੇ ਚਲੋ ਆਹ ਨਹੀਂ ਟੇਸਟ ਲੱਗਾ ਦੂਜਾ ਮਾਰ ਲਿਆ, ਦੂਜਾ ਚੰਗਾ ਲਗਾਤੀ। ਨੋ, ਬੰਦਿਆਂ ਦੀ ਦੁਨੀਆ 'ਚ ਦੇਖੋ ਕੀ ਹਾਲਤ ਹੈ। ਕਤਲੋ ਗਾਰਤ, ਹਾਲਾਂਕਿ ਸਭ ਕੁਝ ਸਮਝ ਹੈ ਬੰਦੇ ਨੂੰ। ਰੀਜ਼ਨ ਇਹੋ ਹੀ ਹੈ, ਕੁਛ ਗੜਬੜ ਆ। ਗੈਰ ਕੁਦਰਤੀ ਜੀਵਨ ਆ। ਗੈਰ ਕੁਦਰਤੀ ਜੀਵਨ ਦੇ 'ਚ ਫਿਰ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਹੋਰ ਕੰਪਲੈਕਸ ਹੋ ਗਏ ਨੇ। ਮੈਂ ਤਾਂ ਛੋਟੀ ਜਿਹੀ ਸਲੀਪਿੰਗ ਦੀ ਗੱਲ ਕੀਤੀ ਹੈ ਸਿਰਫ। ਹੁਕਮ ਸਮਝ ਲੈ ਬੰਦਾ, ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਈਚ ਐਂਡ ਐਵਰੀ ਇਸ਼ੂ ਵੀ ਕੈਨ ਡੀਲ just if we pay attention.
if we find out the cause of, actually, a root cause of those issues. And once we go that side, that is hukum. Guru Baba Ji ने कहा हुक्म होवे तो निर्मल होवे, हौमै विचों जाए, अपनी अहंग बिरती खत्म हो गई। अगला बचन लिखा, गुर की साखी सहजे चाखी, तृष्णा अगन बुझाए। तृष्णा, आप तो फिर कुछ देवतियां वर्गे लोग हो, गुरु के हजूर बैठे हो कुछ समा कढ़ के, अदरवाइज कित्थे बंदे कोल समा आ, कित्थे टाइम आ। बंदा तो रात दिन इको फिक्र च लगा आ भी मैं ते फलाना बंदा कट्ठे आए सां कनेडा, ते वो अज इन्ना अगे लंघ गया ते मैं पिछे रह गया। माई गॉश, दैट इज एक्चुअली माई फेलियर। बस तृष्णा, फलाने को ज़्यादा आ गया, फलाने को ज़्यादा आ गया, फलां उत्थे चला गया। ये हालत जी कित्थे जीण दे रही बंदे नूं। रात दिन बंदा मर रहा दे सारे रूप दे विच। हालांकि हर एक दी अपनी डेस्टनी है, अपना जीवन है, अपने तरीके नाल जीना है। मैं क्यों इस सारे जिहड़ा हैगा मुफाद विच पिया हैगा। गुरु महाराज ने कहा, जदों गुर की साखी सहजे चाखी, तृष्णा की हालत कैसी है। दो कट्ठे इंडिविजुअल्स गुरबाणी की संथ्या लैन लगे, दोनों दे विचों एक संथ्या वधिया तरह पढ़न लग गया, दूजे ने इन्ने जी जैलस हो गई, माई गॉश, आई एम एक्चुअली जस्ट गेटिंग बिहाइंड फ्रॉम माई ओन एक्चुअली क्लासमेट, दैट्स नॉट गुड। तृष्णा इतों आती, हालांकि सही राह ते तुरदे आवे, ये हालत है बंदे ईरखा द्वैक अंदर ही नाल दी नाल आई जा रहा है सब कुछ। गुरमत आशे ने कहा, जिहड़ा ये धार्मिकता का गोल है ना, अपने आप नूं सही जीवन जीण वास्ते उस लैवल ते लैके आउणा, ये भी कालेपन च नहीं हुंदा, सहजे चाखी है। गुरमत का योग सहज योग है, हठ योग नहीं हैगा। ये राज योग आ, संसार छड्ड के जंगल जाना नहीं, ये सहज योग आ, हठ योग नहीं हैगा, कालेपन च नहीं। इत्थे साहब ने क्या, गुर की साखी सहजे चाखी। जिवें सपोज करो किसी चीज़ नूं खाण दा पचाण दा एक नियम हुंदा प्रॉपर, तुसीं उस नियम नूं फॉलो करोगे, उहदे विचों उस सार रस मिलेगा। सिट्रस रस लैना तुसीं, सपोज एनी काइंड ऑफ लेमनेट फैमिली जिहड़ी उहदे चों उस फैमिली दे विचों, ते तुसीं उहनूं जिवें सानूं पढ़न सुणन नूं मिलदा है कि उहनूं कड्ढो ते पानी नूं ते कड्ढ के माड़ा जिहा गर्म कर दिओ, ਉਹ ਚੋਂ ਰਸ ਮਰ ਜਾਏਗਾ, ਬਸ ਇੰਨੇ ਨਾਲ ਹੀ। ਤੁਸੀਂ ਉਹਨੂੰ ਐਜ਼ ਇਟ ਇਜ਼ ਪ੍ਰੀਜ਼ਰਵ ਕਰਕੇ ਲੈਣਾ, ਜਿਵੇਂ ਕੁਦਰਤ ਨੇ ਦਿੱਤਾ ਹੈਗਾ, ਤੁਸੀਂ ਉਵੇਂ ਹੀ ਲਵੋ, ਐਗਜ਼ੈਕਟਲੀ ਮਿਲ ਜਾਏਗਾ। ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ, ਤੁਸੀਂ ਉਹੀ ਚੀਜ਼ ਮਤਲਬ ਖਾ ਰਹੇ ਹੋ, ਥੋੜੀ ਜਿਹੀ ਮਾੜਾ ਜਿਹਾ ਉਹਦੇ ਨਾਲ ਬਦਲਿਆ ਨਹੀਂ, ਸਭ ਚੀਜ਼ਾਂ ਬਦਲ ਗਈਆਂ। ਕਈ ਵਾਰ ਬੰਦਾ ਇਹੀ ਚੀਜ਼ ਹੈ, ਗੁਰੂ ਕੀ ਸਾਖੀ ਜਿਹੜੀ ਸਹਿਜੇ ਚਾਖੀ, ਸਾਹਿਬ ਨੇ ਕਿਹਾ, ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ, ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ। ਜਿਹੜਾ ਸ਼ਖਸ गुरु के इन्हां उपदेशों बोलों के नाल लिटरली तौर पर सांझ पांदा होया, गुरु के शब्द राता रते जाएगा, सहजे माता, जो मस्त हो जाएगा। मस्त हो जाना चीज़ां बलीव नाल चलदियां ने, ते एक्सपीरियंस नाल तुहानूं तुसीं उस चीज़ नूं उहनूं एक्चुअल लैवल ते अपनी जिंदगी का पार्ट पार्सल बना सकते हैगे हो। बलीव तुहानूं तोड़दा आ, तुसीं एक्सपीरियंस करदे हो, फिर तुसीं उहदे नाल जुड़दे हो। कला बलीव नहीं ले जा सकता तुहानूं उत्थों तक, बलीव सिर्फ तोड़दा आ। जिवें वाकर आ, वाकर दी है अंदर तुहानूं खड़ा होना सिखा दिंदा है, तुहानूं थोड़ा थोड़ा सपोर्ट दे दिंदा है, बट यू कैन नॉट होल्ड वाकर होल योर लाइफ। इफ यू आर होल्डिंग स्टिल वाकर, जस्ट बलीव, नो नो नो, एक्सपीरियंस की है तेरा, वेयर डू यू स्टैंड, तू उस लैवल ते सोच उस तरीके दे नाल, फिर बात बनेगी। इसलिए साडे घर दे विच कई वारी चीज़ां होंदियां ने, ते बलीव जिहड़ा आ ये किसी दी सपोर्ट नाल आउंदा आ। इत्थे संगत आउंदी है आले दुआले, तुसीं देखे होणगे हुण थोड़ा घटिया इस बाबत ट्रेंड, अदरवाइज की हुंदा सीगा कि पुराने थोड़ा थोड़ा 10-15 साल पिछे चले जाओ, बाबियां वगैरह का ज़्यादा जोर सीगा, उन्होंने आउणा, ओ फलाणिया तू भी आ जा, तू भी आ जा, खंडे दी पौल इहनूं भी दे दिओ, इहनूं भी दे दिओ, इहनूं दे दिओ, 50-60-70 बंदे नूं खंडे दी पौल दे देनी, चलो जी दे दित्ते। वो पता लगना 10 दिनों बाद ना उन्होंने कोई नितनेम आ, ना रहनी रहत आ, ना कुछ, वो बंदे ने तो उन्होंने मुसीबत बन गई, कहते नो नो आई कैन नॉट एक्चुअली एक्सरसाइज इट एट ऑल, चलो जी छड्ड के लामे हो गया। ये की है, ये तुसी जिहड़ा बलीव भी है वो भी उहदे उत्ते इंपोज कीता आ, उन्होंने फोर्सफुली देने की ट्राई की है, एवें थोड़ा हो सकेगा। एक अद्धा नवाला तो बंदा लै लेगा,
ਦੂਜੇ ਤੀਜੇ ਨਵਾਲੇ ਤੱਕ ਤੋਂ ਬਾਅਦ ਬੰਦਾ ਕਹਿੰਦਾ ਨੋ ਆਈ ਕੈਨ ਨਾਟ ਐਕਚੁਅਲੀ ਟੇਕ ਇਟ, ਦੈਟਸ ਨਾਟ ਮਾਈ ਕੱਪ ਆਫ ਟੀ। ਬਲੀਵ ਸੋਲਿਡ ਆਵੇ, ਜਦੋਂ ਬਲੀਵ ਆ ਜਾਏ ਫਿਰ ਹੌਲੀ ਹੌਲੀ ਐਕਸਪੀਰੀਅੰਸ ਆਵੇ, ਫਿਰ ਬੰਦਾ ਉਸ ਇਹ ਮਾਤਣ ਦੀ ਅਵਸਥਾ ਹੈ, ਮਸਤ ਹੋ ਜਾਣਾ। ਮਸਤ ਹੋ ਗਿਆ ਹੁਣ ਉਹ ਜਦੋਂ ਬਲੀਵ ਤੋਂ ਐਕਸਪੀਰੀਅੰਸ ਤੇ ਆ ਗਿਆ, ਉਹਨੂੰ ਪਤਾ ਲੱਗ ਗਿਆ। ਦੂਜਾ ਬੰਦਾ ਕਹਿੰਦਾ ਵਾਟ ਇਜ਼ ਦਿਸ, ਸਿੱਖੀ ਕੀ ਹੈ, ਪਾਠ ਕਰਨਾ ਕੀ, ਉਹ ਕਹਿੰਦਾ ਵੀ ਤੈਨੂੰ ਕੁਝ ਨਹੀਂ ਪਤਾ, ਮੈਨੂੰ ਪਤਾ ਆ। ਵਾਈ? ਬਿਕੋਜ਼ ਆਈ ਐਮ ਐਕਸਪੀਰੀਅੰਸਿੰਗ ਇਟ। ਸੰਗਤ ਕੀ, ਗੁਰਦੁਆਰੇ ਜਾ ਕੇ ਮਿਲ ਜਾਏਗਾ ਤੈਨੂੰ। ਵੰਸ ਯੂ ਐਕਸਪੀਰੀਅੰਸ ਵਟ ਐਕਚੁਅਲੀ that ਸੰਗਤ ਇਜ਼ ਪ੍ਰੋਵਾਈਡਿੰਗ ਯੂ, then definitely। ਸਭ ਕਹਿੰਦੇ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਿਹਾ ਸਮਾਏ। ਫਿਰ ਉਹ ਜਿਹੜਾ ਸਮਾਉਣਾ ਆ ਫਿਰ ਉਹ ਛੱਡ ਕੇ ਨਹੀਂ ਜਾਏਗਾ। ਫਿਰ ਉਹ ਐਸਾ ਹੈ ਕਿ ਉਹਦੇ ਨਾਲ ਉਹਦੀ ਐਸੋਸੀਏਸ਼ਨ ਬਣ ਗਈ, ਉਹ ਤੇ ਫਿਰ ਉਸ ਰਾਹ ਦਾ ਰਾਗੀਰ ਬਣ ਗਿਆ ਪੱਕੇ ਤੌਰ ਤੇ। ਦੋ ਪਦੇ ਹੋਰ ਨੇ ਜਿਨ੍ਹਾਂ ਦੀ ਵਿਵੇਚਨਾ ਹੁੰਦੇ ਸਮੇਂ ਵਾਸਤੇ ਕਰਾਂਗੇ। ਅੱਜ ਲਈ ਇੱਥੇ ਸਮਾਪਤੀ ਹੈ। ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।